ਸੰਦੀਪ ਗਿੱਲ ਹੈ। ਮੇਰਾ ਨਾਮ ਸਰਪ੍ਰੀਤ ਸੇਖੋਂ ਹੈ ਤੇ ਅਸੀਂ ਸੁਖਵੰਤ ਦੀ ਪੰਜਾਬੀ 300 ਦੀ ਕਲਾਸ ਦੇ ਵਿਦਿਆਰਥੀ ਹਾਂ। ਅੱਜ ਕੱਲ੍ਹ ਸਾਡਾ ਇਹ ਟੌਪਿਕ ਚੱਲ ਰਿਹਾ ਹੈ ਕਿ ਇੰਡੋ ਕੈਨੇਡੀਅਨ ਰਾਈਟਰਾਂ ਅਤੇ ਕਵੀ ਅਤੇ ਲੇਖਕਾਂ ਦੀ ਮਤਲਬ ਕੈਨੇਡਾ ਵਿੱਚ ਕਿਹੋ ਜਿਹਾ ਤਜਰਬਾ ਰਿਹਾ ਹੈ। ਅਤੇ ਅੱਜ ਇਸ ਸਵਾਲ ਦਾ ਜਵਾਬ ਦੇਣ ਲਈ ਸਾਡੇ ਨਾਲ ਹਾਜ਼ਰ ਹਨ ਮੋਹਨ ਗਿੱਲ ਜੀ। ਜੀ ਆਇਆਂ ਨੂੰ ਮੋਹਨ ਗਿੱਲ ਜੀ। ਸੋ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਪਹਿਲਾਂ ਕਿ ਤੁਸੀਂ ਆਪਣੇ ਪਿਛੋਕੜ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ। ਮੇਰਾ ਪਿੰਡ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਡੇਲੋਂ ਆ ਅਤੇ ਉੱਥੇ ਹੀ ਮੈਂ ਪੜ੍ਹਦਾ। ਮੁੱਢਲੀ ਵਿੱਦਿਆ ਮੈਂ ਉੱਥੇ ਪ੍ਰਾਪਤ ਕੀਤੀ। ਅਤੇ ਮੇਰੇ ਜਿਹੜੇ ਪੇਰੈਂਟਸ ਸੀ, ਮਦਰ ਅਤੇ ਫਾਦਰ, ਉਹ ਬਿਲਕੁਲ ਅਨਪੜ੍ਹ ਸੀ। ਪਰ ਮੇਰੇ ਫਾਦਰ ਸਾਹਿਬ ਨੂੰ ਜ਼ਿੰਦਗੀ ਦੇ ਵਿੱਚ ਵੱਡੇ ਹੋ ਕੇ ਇਹ ਬਹੁਤ ਵੱਡਾ ਦੁੱਖ ਸੀਗਾ ਵੀ ਉਹ ਪੜ੍ਹੇ ਕਾਤੇ ਨਹੀਂ। ਤਾਂ ਉਹਨਾਂ ਨੇ ਜਿਹੜਾ ਉਹ ਆਪਣਾ ਸੁਪਨਾ ਸੀ ਸਾਨੂੰ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ 3 ਭੈਣ ਭਰਾ, ਸਿਸਟਰ ਮੇਰੇ ਟੀਚਰ ਰਿਟਾਇਰ ਹੋਏ ਨੇ, ਬ੍ਰਦਰ ਮੇਰਾ ਅਨਫੋਰਚੂਨੇਟਲੀ ਪਿੱਛੇ ਉਹਨਾਂ ਦੀ ਡੈਥ ਹੋ ਗਈ ਸੀ, ਪ੍ਰੋਫੈਸਰ ਸੀ ਮੈਥਮੈਟਿਕਸ ਦੀ MA। ਅਤੇ ਮੈਂ ਪਹਿਲਾਂ ਤਾਂ ਮੈਂ ਪਿੰਡ ਦੇ ਸਕੂਲ ਦੇ ਵਿੱਚ ਪੜ੍ਹਨ ਤੋਂ ਬਾਅਦ ਨਾਰੰਗਵਾਲ ਕਾਲਜ ਦੇ ਵਿੱਚ ਮੈਂ BA ਕੀਤੀ ਅਤੇ ਉਸ ਤੋਂ ਬਾਅਦ ਮੈਂ ਗੌਰਮੈਂਟ ਕਾਲਜ ਲੁਧਿਆਣੇ ਜਾ ਕੇ MA ਅੰਗਰੇਜ਼ੀ ਦਾ ਵਿਦਿਆਰਥੀ ਬਣਿਆ। ਅਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਨਾਗਪੁਰ ਯੂਨੀਵਰਸਿਟੀ ਤੋਂ DPEd ਕੀਤੀ ਅਤੇ DPEd ਕਰਨ ਤੋਂ ਬਾਅਦ ਹੀ ਮੈਂ ਕੈਨੇਡਾ ਮੈਰਿਜ ਬੇਸਿਸ 'ਤੇ, ਮੇਰੇ ਵਾਈਫ ਕੈਨੇਡਾ 'ਚ ਰਹਿੰਦੇ ਸੀਗੇ ਅਤੇ ਉਹਨਾਂ ਨੇ ਮੈਨੂੰ ਇੱਥੇ ਸੱਦਿਆ ਅਤੇ 77 ਦੇ ਦਸੰਬਰ ਦੇ ਵਿੱਚ ਮੈਂ ਕੈਨੇਡਾ ਆਇਆ ਅਤੇ ਵਿਲੀਅਮਸ ਲੇਕ ਦੇ ਗੁਰਦੁਆਰੇ ਵਿੱਚ ਸਾਡਾ ਵਿਆਹ ਹੋਇਆ। ਅੱਛਾ ਠੀਕ ਹੈ। ਸੋ ਤੁਸੀਂ ਦੱਸੋ ਜੀ, ਤੁਹਾਡੀ ਲਿਖਣਾ ਦਾ ਸ਼ੌਕ ਕਿਵੇਂ ਪੈਦਾ ਹੋਇਆ? ਲਿਖਣਾ ਮੇਰਾ ਸਹਿਜੇ ਹੀ, ਮੈਨੂੰ ਆਪ ਨੂੰ ਵੀ ਅਸਲ ਦੇ ਵਿੱਚ ਪਤਾ ਨਹੀਂ ਕਦੋਂ ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਮੈਨੂੰ ਇੰਨਾ ਜ਼ਰੂਰ ਯਾਦ ਆ ਵੀ ਮੈਂ ਸਕੂਲ ਦੇ ਵਿੱਚ ਹੀ ਕਿਤੇ ਲਿਖਣਾ ਸ਼ੁਰੂ ਕਰ ਦਿੱਤਾ ਸੀਗਾ। ਪਰ ਇਹ ਕਾਲਜ ਦੇ ਵਿੱਚ ਆ ਕੇ ਥੋੜ੍ਹਾ ਜਿਹਾ ਜ਼ਿਆਦਾ ਪ੍ਰਫੁੱਲਤ ਹੋਇਆ ਕਿਉਂਕਿ ਕਾਲਜ ਦੇ ਵਿੱਚ ਅਸੀਂ ਕਾਲਜ ਤੋਂ ਪੋਇਮ ਰੈਸੀਟੇਸ਼ਨ, ਕਵਿਤਾ ਪਾਠ 'ਤੇ ਜਾਂਦੇ ਹੁੰਦੇ ਸੀਗੇ ਅਤੇ ਹੋਰ ਸਟੂਡੈਂਟ ਤਾਂ ਕਿਸੇ ਦੀ ਕਵਿਤਾ ਲੈ ਕੇ ਪੜ੍ਹਦੇ ਸੀ, ਪਰ ਮੈਂ ਜਿੰਨੀਆਂ ਵੀ ਕਵਿਤਾਵਾਂ ਉਸ ਮੁਕਾਬਲੇ ਲਈ ਪੜ੍ਹੀਆਂ ਨੇ ਮੈਂ ਆਪ ਹੀ ਲਿਖਦਾ ਸੀ। ਅਤੇ ਆਪ ਲਿਖਣ ਦੇ ਵਿੱਚੋਂ ਚੇਟਕ ਹੋਈ। ਫਿਰ ਕਾਲਜ ਦੇ ਵਿੱਚ ਮੈਗਜ਼ੀਨ ਦਾ 11ਵੀਂ 12ਵੀਂ 13ਵੀਂ ਦੇ ਵਿੱਚ ਮੈਂ ਜੁਆਇੰਟ ਐਡੀਟਰ ਸੀ ਅਤੇ ਜਦੋਂ ਮੈਂ 14ਵੀਂ ਜਮਾਤ BA ਫਾਈਨਲ ਦੇ ਵਿੱਚ ਸੀਗਾ ਤਾਂ ਉਸੇ ਕਾਲਜ ਦੇ ਮੈਗਜ਼ੀਨ ਦਾ ਐਡੀਟਰ ਬਣਿਆ। ਅਤੇ ਫਿਰ ਜਦੋਂ ਗੌਰਮੈਂਟ ਕਾਲਜ ਲੁਧਿਆਣੇ ਆਇਆ ਤਾਂ ਉੱਥੇ ਮੇਰੇ ਨਾਲ ਕੁਝ ਦੋਸਤਾਂ ਦਾ ਐਸਾ ਇਕੱਠ ਸੀਗਾ ਜਿਹੜੇ ਕਿ ਉਹ ਵੀ ਲਿਖਦੇ ਸੀ। ਜਿਸ ਤਰ੍ਹਾਂ ਕੁਛ ਨਾਂ ਉਹਨਾਂ ਦੇ ਵਿੱਚ ਇੱਕ ਪ੍ਰੋਫੈਸਰ ਗੁਰਭਜਨ ਗਿੱਲ ਅਤੇ ਇੱਕ ਸ਼ਮਸ਼ੇਰ ਸੰਧੂ, ਜਿਹੜਾ ਕਿ ਅੱਜ ਕੱਲ੍ਹ ਗੀਤਾਂ ਦੇ ਵਿੱਚ ਉਹਦਾ ਜ਼ਿਆਦਾ ਨਾਂ ਆਉਂਦਾ ਹੈਗਾ, ਪਰ ਉਸ ਟਾਈਮ 'ਤੇ ਉਹ ਕਹਾਣੀ ਲਿਖਦਾ ਸੀ। ਸਾਡਾ ਸਾਰਿਆਂ ਦਾ ਇਕੱਠਾ ਬੈਠਣਾ ਉੱਠਣੀ ਸੀ ਅਤੇ ਉਹਦੇ ਵਿੱਚੋਂ ਜਿਹੜੀ ਥੋੜ੍ਹੀ ਜਿਹੀ ਸੁਲਗਦੀ ਜਿਹੀ ਲਿਖਣ ਦੀ ਅੱਗ ਸੀਗੀ, ਉਹਨੂੰ ਥੋੜ੍ਹੀ ਜਿਹੀ ਹੋਰ ਹਵਾ ਮਿਲੀ ਅਤੇ ਚੰਗਾੜੀ ਬਣ ਗਈ। ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਮੈਂ ਕੈਨੇਡਾ ਆਇਆ। ਕੈਨੇਡਾ ਪਹੁੰਚ ਕੇ ਪਹਿਲੇ 8-10 ਸਾਲ ਤਾਂ ਮੈਂ ਲੇਖਕ ਦੇ ਤੌਰ 'ਤੇ ਚੁੱਪ ਹੋ ਗਿਆ। ਇੱਕ ਤਾਂ ਮੈਂ ਬਾਹਰ ਪ੍ਰਿੰਸ ਜਾਰਜ ਰਹਿੰਦਾ ਸੀਗਾ, 9 ਸਾਲ ਇੱਥੇ ਆ ਕੇ ਮੈਂ ਪ੍ਰਿੰਸ ਜਾਰਜ ਫੈਮਿਲੀ। ਅਤੇ ਪਹਿਲਾਂ ਰੋਜੀ ਰੋਟੀ ਆਪਣੇ ਆਪ ਨੂੰ ਪੈਰਾ ਸਿਰ ਕਰਨ ਦਾ ਉਹ ਜਿਹੜਾ ਝਮੇਲਾ ਸੀ, ਉਹਦੇ ਵਿੱਚ ਕਿਤੇ ਕਿਤੇ ਲਿਖਦੇ ਤਾਂ ਰਹੇ, ਪਰ ਉਹ ਕਵਿਤਾ ਜਿਵੇਂ ਇੱਕ ਤਰ੍ਹਾਂ ਨਾਲ ਇੱਕ ਪਾਸੇ 'ਤੇ ਚੁੱਪ-ਚਾਪ ਬੈਠੀ ਰਹੀ। ਲਿਖੀ ਉਦੋਂ ਵੀ ਗਿਆ, ਕਿਤੇ ਮੈਗਜ਼ੀਨ ਇੱਥੇ ਇੰਡੋ ਟਾਈਮਸ ਹੁੰਦਾ ਸੀ, ਉਹ ਇਹਨਾਂ ਮੈਨੂੰ ਜਿਹੜੇ ਐਡੀਟਰ ਸੀ ਉਹ ਕਹਿੰਦੇ ਰਹਿੰਦੇ ਸੀ ਕੋਈ ਨਾ ਕੋਈ ਭੇਜ, ਉਹ ਤਰੱਦਦ ਕਰਕੇ ਕਈ ਵਾਰ ਉਹਨੂੰ ਭੇਜ ਦੇਣੀ। ਪਰ ਉੱਥੇ ਜਿਹੜੀ ਲੇਖਣੀ ਸੀ ਇੱਕ ਤਰ੍ਹਾਂ ਨਾਲ ਉਹਦੇ ਵਿੱਚ ਖੜੋਤ ਆ ਗਈ ਸੀਗੀ। ਅਤੇ ਫਿਰ ਜਦੋਂ 87 ਦੇ ਵਿੱਚ ਇੱਥੇ ਆਏ, ਸਰੀ ਸ਼ਹਿਰ ਦੇ ਵਿੱਚ ਆ ਗਏ, ਤਾਂ ਇੱਥੋਂ ਦੀਆਂ ਸਹਿ ਸਭਾਵਾਂ, ਜਿਵੇਂ ਪੰਜਾਬੀ ਲੇਖਕ ਮੰਚ ਦੇ ਨਾਲ ਮੇਰਾ ਵਾਸਤਾ ਪਿਆ। ਫਿਰ ਇੱਥੋਂ ਜਿਹੜੇ ਲੇਖਕ ਤਬਕਾ ਸੀਗਾ ਉਹਨਾਂ ਕੋਲ ਪਹੁੰਚਣਾ, ਜਦੋਂ ਜਾਣਾ ਸ਼ੁਰੂ ਕੀਤਾ ਤਾਂ ਇੱਕ ਵਾਰ ਫਿਰ ਮੇਰੇ ਅੰਦਰ ਜਿਹੜਾ ਬੈਠਾ ਸੀ ਸੁੱਤਾ ਪਿਆ ਲੇਖਕ ਉਹ ਜਾਗ ਪਿਆ ਅਤੇ ਫਿਰ ਮੈਂ ਦੁਬਾਰਾ ਲਿਖਣਾ ਸ਼ੁਰੂ ਕਰ ਦਿੱਤਾ। ਅਤੇ ਇਸ ਤਰ੍ਹਾਂ ਫਿਰ ਉਹ ਅੱਗੇ ਦਾ ਸਫ਼ਰ ਇੱਥੋਂ ਸ਼ੁਰੂ ਹੋਇਆ ਅਤੇ ਪਹਿਲੀ ਕਿਤਾਬ ਵੀ ਮੈਂ ਆ ਕੇ ਕੈਨੇਡਾ ਦੇ ਵਿੱਚ ਹੀ ਸ਼ੁਰੂ ਆਈ ਸੀ। ਠੀਕ ਹੈ। ਅਤੇ ਤੁਸੀਂ ਜਦੋਂ ਮਤਲਬ ਕੈਨੇਡਾ ਆਏ ਸੀ ਫਿਰ ਤੁਹਾਡੀ ਨੌਕਰੀ ਕਿੱਥੇ ਲੱਗੀ ਸੀ? ਨੌਕਰੀ ਮੇਰੀ ਪ੍ਰਿੰਸ ਜਾਰਜ ਦੇ ਵਿੱਚ ਮੈਂ ਇੱਕ ਸਾਲ ਦੇ ਵਿੱਚ ਕੰਮ ਕੀਤਾ। ਠੀਕ ਹੈ। ਅਤੇ ਫਿਰ ਇੱਥੇ ਆ ਕੇ ਵੀ ਮੈਂ ਪਹਿਲਾਂ ਇੱਕ ਸਾਲ ਦੇ ਵਿੱਚ ਜੋਬ ਕੀਤੀ
ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਵੈਨਕੂਵਰ ਕਮਿਊਨਿਟੀ ਕਾਲਜ ਦੇ ਵਿੱਚ ਜਾ ਕੇ ਇੱਕ ਟੈਕਨੀਕਲ ਜਿਹਾ ਕੋਰਸ ਕਰ ਲਿਆ ਸੀਗਾ। ਤੇ ਫਿਰ ਮੈਂ ਉਹ ਜਿਹੜੀ ਜੋਬ ਪਹਿਲਾਂ ਸੇਂਟ ਪਾਲ ਹਸਪੀਟਲ ਦੇ ਵਿੱਚ ਕਰਦਾ ਸੀ, ਤੇ ਹੁਣ ਮੈਂ ਆਪਣੇ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਜੋਬ ਕਰਦਾ ਸੀ, ਪਰ ਮੈਂ ਹੁਣ ਅਰਲੀ ਰਿਟਾਇਰਮੈਂਟ ਲੈ ਲਈ ਹੈ। ਠੀਕ ਹੈ, ਠੀਕ। ਤੇ ਤੁਹਾਡੇ ਮਤਲਬ ਕੈਨੇਡਾ ਆਉਂਦਿਆਂ ਹੀ ਮਿਲ ਵਿੱਚ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ ਸੀ, ਉਹਦੇ ਨਾਲ ਕਿਹੋ ਜਿਹਾ ਮਤਲਬ ਕਿਹੋ ਜਿਹਾ ਤਜਰਬਾ ਸੀ? ਸਖਤ ਮਤਲਬ ਕੰਮ ਹੋਊਗਾ ਤੇ ਕਾਫੀ ਮਤਲਬ ਹੋਰ ਲਿਖਣ ਲਈ ਜ਼ਿਆਦਾ ਸਮਾਂ ਨਹੀਂ ਹੋਗਾ, ਹੈ ਨਾ? ਬਿਲਕੁਲ। ਇਹ ਵੀ ਇੱਕ ਆਪਣੇ ਆਪ 'ਚ ਵੱਖਰਾ ਹੀ ਤਜਰਬਾ ਸੀ। ਮੈਨੂੰ ਯਾਦ ਆ ਹੁਣ ਵੀ ਜਨਵਰੀ 31, 1978 ਦੀ ਗਰੇਵਯਾਰਡ ਸ਼ਿਫਟ। ਅੱਛਾ। ਪਹਿਲੇ ਦਿਨ ਮੈਂ ਕੰਮ 'ਤੇ ਗਿਆ। ਇਸ ਤੋਂ ਪਹਿਲਾਂ ਕਿਉਂਕਿ ਮੈਂ ਪੰਜਾਬ ਦੇ ਵਿੱਚ ਮੈਂ ਨੌਕਰੀ ਨਹੀਂ ਕੀਤੀ, ਮੈਨੂੰ ਨੌਕਰੀ ਮਿਲ ਰਹੀ ਸੀ ਪਰ ਮੈਂ ਉਹ ਜੁਆਇਨ ਨਹੀਂ ਕੀਤੀ ਸੀ, ਕਿਉਂਕਿ ਮੈਨੂੰ ਪਤਾ ਮੈਂ 3-4 ਮਹੀਨਿਆਂ ਦੇ ਵਿੱਚ ਕੈਨੇਡਾ ਆ ਜਾਣਾ। ਅੱਛਾ ਅੱਛਾ। ਉਸ ਵੇਲੇ ਐਂ ਲੱਗਦਾ ਸੀ ਵੀ ਕੈਨੇਡਾ ਜਾਣਾ ਤੇ ਉੱਥੇ ਜਾ ਕੇ ਪੈਸੇ ਪਏ ਨੇ ਜਾ ਕੇ ਇਕੱਠੇ ਹੀ ਕਰ ਲੈਣੇ ਆ। ਤੇ ਫਿਰ ਜਦੋਂ ਅਸੀਂ ਪਹਿਲੀ ਰਾਤ ਨੂੰ, ਮੈਂ ਇੱਕ ਨਵਾਂ ਵਿਆਹ ਹੋਇਆ ਬੰਦੇ ਨੂੰ, ਗਰੇਵਯਾਰਡ ਸ਼ਿਫਟ, ਤੇ ਜਨਵਰੀ ਦਾ ਮਹੀਨਾ, 31 ਜਨਵਰੀ, ਪ੍ਰਿੰਸ ਜਾਰਜ ਦੇ ਵਿੱਚ ਠੰਡ ਇੰਨੀ। ਹਾਂਜੀ। ਤੇ ਉਹਨਾਂ ਨੇ ਸਾਨੂੰ ਛੱਤ ਦੇ ਉੱਤੇ ਚੜ੍ਹਾ ਦਿੱਤਾ, ਤਿਰਛੀ ਛੱਤ ਤੋਂ ਸਨੋ ਲਾਉਣ ਲਈ। ਅੱਛਾ। ਤੇ ਪਹਿਲਾਂ ਤਾਂ ਥੋੜ੍ਹਾ ਜਿਹਾ ਟਾਈਮ ਤਾਂ ਮੈਂ ਜ਼ੋਰ ਲਾ ਕੇ ਕਰਦਾ ਰਿਹਾ, ਫਿਰ ਬਾਹਾਂ ਝੂਠੀਆਂ ਪੈ ਗਈਆਂ। ਮੇਰੇ ਨਾਲ ਇੱਕ ਆਪਣੇ ਇੱਥੋਂ ਦੇ ਰੈੱਡ ਇੰਡੀਅਨ ਬਜ਼ੁਰਗ ਸੀਗਾ, ਕਾਫੀ ਭਾਰਾ ਸੀ। ਉਹਨੇ ਮੈਨੂੰ ਫੜ ਕੇ ਉਹ ਮੈਨੂੰ ਕਹਿੰਦਾ, ਜਸਟ ਸਲੋ ਡਾਊਨ, ਦਿਸ ਇਜ਼ ਵਾਟ ਵੀ ਆਰ ਡੂਇੰਗ ਆਲ ਨਾਈਟ। ਸਾਰੀ ਰਾਤ ਕਹਿੰਦਾ ਆਹੀ ਕਰ ਰਹੇ ਹਾਂ, ਵੀ ਤੂੰ ਆਰਾਮ ਨਾਲ ਕਰ। ਇਹ ਉਸ ਟਾਈਮ 'ਤੇ ਜਦੋਂ ਮੈਂ ਉਹ ਤੁਹਾਨੂੰ ਦੱਸ ਦਿਆਂ ਵੀ ਸ਼ਵਲ ਫੜ ਕੇ ਪਹਿਲਾ ਕੰਮ ਕਰ ਰਿਹਾ ਸੀ, ਮੇਰੇ ਹੱਥ ਸੁੱਜਣੇ ਸ਼ੁਰੂ ਹੋ ਗਏ। ਤਾਂ ਇੱਕਦਮ ਉਹ ਜ਼ਿੰਦਗੀ ਦੀਆਂ ਜਿਹੜੀਆਂ ਸਾਰੀਆਂ ਐਸ਼ ਕੀਤੀ, ਕਾਲਜਾਂ 'ਚ ਪੜ੍ਹੇ, ਉਹ ਸਾਰੀਆਂ ਤਸਵੀਰਾਂ ਅੱਖਾਂ ਮੂਹਰੇ ਫਿਰਨ ਲੱਗੀਆਂ। ਦਿਮਾਗ ਦੇ ਵਿੱਚ ਤਾਂ ਇਹ ਆਇਆ ਵੀ ਹੁਣ ਇੱਥੇ ਨਹੀਂ ਰਹਿਣਾ, ਜੇ ਪੈਸੇ ਐਂ ਬਣਦੇ ਆ ਫਿਰ ਇੱਥੇ ਨਹੀਂ ਰਹਿਣਾ। ਤੇ ਜਦੋਂ ਕਿਰਾਏ ਜੋਗੇ ਪੈਸੇ ਇਕੱਠੇ ਹੋ ਗਏ ਤਾਂ ਵਾਪਸ ਮੁੜ ਜਾਵਾਂਗੇ। ਹੋਇਆ ਇਹ ਬਈ ਜਦੋਂ ਸਮਾਂ ਬੀਤਿਆ, ਹੱਥ ਸਟਰੋਂਗ ਹੋ ਗਏ, ਸੋਜਾ ਉਤਰ ਗਿਆ ਤੇ ਜੇਬ ਦੇ ਵਿੱਚ ਚਿਕਾਂ ਆ ਗਈਆਂ। ਉਹ ਫਿਰ ਜਿਹੜੀ ਉਹ ਸੋਚ ਵਾਪਸ ਮੁੜਨ ਵਾਲੀ ਮੱਧਮ ਹੁੰਦੀ ਗਈ ਤੇ ਇੱਥੇ ਵਸਣ ਵਾਲੀ ਮਜ਼ਬੂਤ ਹੁੰਦੀ ਗਈ। ਤੇ ਥੋੜ੍ਹਾ ਜਿਹਾ ਫਿਰ ਆਪਣੇ ਆਪ ਨੂੰ ਇਸ ਤਰ੍ਹਾਂ ਇਹਦੇ ਵਿੱਚੋਂ ਲੰਘਦਿਆਂ ਹੋਇਆ ਇੱਕ ਤਰ੍ਹਾਂ ਕੋਠਾਲੀ 'ਚੋਂ ਨਿਕਲ ਕੇ ਮਜ਼ਬੂਤ ਬਣ ਗਏ। ਠੀਕ ਹੈ। ਤੇ ਵੈਸੇ ਜਦੋਂ ਮਤਲਬ ਫਿਰ ਇੰਡੀਆ ਵਾਪਸ ਜਾਣ ਦਾ ਖਿਆਲ ਇਸ ਕਰਕੇ ਆਇਆ ਸੀ ਕਿ ਇੱਥੇ ਜ਼ਿਆਦਾ ਸਖਤ ਕੰਮ ਸੀ, ਜਾਂ ਵੈਸੇ ਵੀ ਉਦਰੇਵਾ ਮਹਿਸੂਸ ਕਰਦੇ ਸੀ ਤੇ ਇੰਡੀਆ ਦੀ ਵੈਸੇ ਵੀ ਯਾਦ ਆਉਂਦੀ ਸੀ? ਹਾਂ, ਉਦਰੇਵਾ ਬਾਅਦ ਨਾਲ ਹੀ ਆਇਆ, ਪਰ ਉਹ ਜਿਵੇਂ ਨਾ ਜਦੋਂ ਇੱਕ ਸੁਪਨਾ ਇੱਕ ਵਾਰ ਟੁੱਟਿਆ, ਚੂਰ ਹੋਇਆ, ਉਹ ਇੱਕਦਮ ਹੀ ਫਿਰ ਆਪਣੀ ਸੋਚ ਜਿਹੜੀ ਆ, ਹਿਊਮਨ ਨੇਚਰ ਇਹ ਆ ਵੀ ਅਸੀਂ ਪ੍ਰਵਾਨ ਨਹੀਂ ਕਰਦੇ ਉਹਨੂੰ। ਤੇ ਫਿਰ ਜਿਸ ਤਰ੍ਹਾਂ ਜਦੋਂ ਅਸੀਂ ਆਉਂਦੇ ਹਾਂ ਕਿਤੇ ਵੀ, ਕਿਸੇ ਵੀ ਜਗ੍ਹਾ ਤੋਂ ਦੂਰ ਆਉਂਦੇ ਹਾਂ, ਦੋ ਤਰ੍ਹਾਂ ਦੇ ਪ੍ਰਭਾਵ ਅਸੀਂ ਕੋਲਦੇ ਹਾਂ। ਇੱਕ ਤਾਂ ਪਿੱਛੋਂ ਟੁੱਟੇ, ਆਪਣੇ ਧਰਤੀ ਨਾਲੋਂ ਟੁੱਟੇ, ਆਪਣੇ ਨਜ਼ਦੀਕੀਆਂ ਨਾਲੋਂ ਟੁੱਟੇ, ਉਹਦਾ ਆਪਣੇ ਅੰਦਰ ਸੋਚ ਜਿਹਨੂੰ ਹੇਰਵਾ ਉਹਨੂੰ ਯਾਦ ਕਰਕੇ ਅਸੀਂ ਦੁਖੀ ਹੁੰਦੇ ਹਾਂ। ਉਹ ਹੇਰਵਾ ਜਿਹਨੂੰ ਵੀ ਕਹਿ ਲੈਂਦੇ ਹਾਂ। ਤੇ ਦੂਸਰਾ, ਜਦੋਂ ਦੂਸਰੀ ਜਗ੍ਹਾ 'ਤੇ ਜਾਂਦੇ ਹਾਂ, ਤੁਹਾਡੀ ਜਿਹੜੀ ਕਲਚਰ 'ਚ ਤੁਸੀਂ ਪੜ੍ਹੇ ਹੋ ਉਹਦੇ ਨਾਲ ਡਿਫਰੈਂਟ ਕਲਚਰ ਨਾਲ ਤੁਹਾਡਾ ਟਾਕਰਾ ਹੁੰਦਾ, ਤੇ ਉਹਨੂੰ ਜਿਹਨੂੰ ਆਪਾਂ ਇੱਥੇ ਨਾਂ ਦਿੱਤਾ ਹੈ ਕਲਚਰ ਸ਼ੌਕ ਦਾ। ਤੇ ਫਿਰ ਉੱਥੇ ਇੱਕ ਤਾਂ ਤੁਸੀਂ ਉਹ ਕਲਚਰ ਨੂੰ ਜਾਣਦੇ ਨਹੀਂ, ਦੂਸਰਾ ਉਹਦੇ ਜੇ ਉਹ ਨਹੀਂ ਜਾਣਦੇ ਤਾਂ ਉਹ ਇਹਦੀ ਬਜਾਏ ਵੀ ਕੋਈ ਤੁਹਾਨੂੰ ਉਹਦੇ 'ਚ ਮਦਦ ਕਰੇ, ਉਲਟਾ ਤੁਹਾਨੂੰ ਸੁਣਨੀਆਂ ਪੈ ਰਹੀਆਂ ਸਾਹਮਣੇ, ਵਿਤਕਰਾ ਹੋ ਰਿਹਾ, ਕੋਈ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਇਹ ਇੱਥੇ ਨਹੀਂ, ਇਹ ਨਹੀਂ ਹੁੰਦਾ। ਮਤਲਬ ਗਾਈਡੈਂਸ ਉਹ ਸਾਹਮਣੇ ਵਾਲਿਆਂ ਵੱਲੋਂ ਨਹੀਂ ਸੀ ਮਿਲ ਰਹੀ, ਉਹਨਾਂ ਵੱਲੋਂ ਵਿਤਕਰਾ ਮਿਲ ਰਿਹਾ ਸੀ। ਤੇ ਸਮਾਂ ਬੀਤਣ ਨਾਲ ਜਦੋਂ ਜਿਉਂ ਲੈਂਗੁਏਜ ਗੁੱਡ ਹੁੰਦੀ ਗਈ ਤੇ ਉਹ ਵਿਤਕਰਾ ਵੀ ਘਟਦਾ ਗਿਆ ਉਹਨਾਂ ਦਾ, ਕਿਉਂਕਿ ਇੱਕ ਬੰਦਾ ਉਦੋਂ ਹੀ ਰੰਗ ਉਹਦਾ ਦੂਸਰਾ ਲੱਗਦਾ ਹੁੰਦਾ ਜਦ ਤੱਕ ਅਸੀਂ ਉਹਨੂੰ ਜਾਣਦੇ ਨਹੀਂ ਹੁੰਦੇ। ਜਦੋਂ ਉਹਨਾਂ ਨਾਲ ਬੈਠਦੇ ਹਾਂ, ਉਹਨਾਂ ਨਾਲ ਵਿਚਰਦੇ ਹਾਂ, ਉਹਨਾਂ ਨੂੰ ਫਿਰ ਤਾਂ ਕਈ ਵਾਰ ਇਹ ਵੀ ਭੁੱਲ ਜਾਂਦੇ ਹਾਂ ਵੀ ਇਹਦਾ ਰੰਗ ਕਿਹੜਾ ਹੈਗਾ। ਤੇ ਜਿਵੇਂ ਸਮੇਂ ਪੈਣ ਨਾਲ ਮੇਲ ਜੋਲ ਜਦੋਂ ਵੱਧਦਾ ਤਾਂ ਸਾਡੇ ਵਿੱਚੋਂ ਜਾਤ ਪਾਤ, ਉਹ ਸਾਰੇ ਇਹ ਰੰਗ, ਨਸਲ, ਇਹ ਸਾਰਾ ਕੁਛ ਜਾਣ ਪਛਾਣ ਦੇਣਾ ਖਤਮ ਹੁੰਦਾ। ਹੌਲੀ ਹੌਲੀ ਉਹ ਵੀ ਖਤਮ ਹੋਇਆ। ਠੀਕ ਹੈ।
ਸੋ ਲਾਈਕ ਥੋੜਾ ਕੈਨੇਡਾ ਵਿੱਚ ਰਹਿਣ ਦੇ ਤੁਸੀਂ ਸਟਰਗਲ ਵੀ ਬਹੁਤ ਦੇਖੇ ਹੋਗੇ ਜਿਵੇਂ ਥੋੜੇ ਕੰਮ ਦੇ ਨਾਲ ਨਸਲੀ ਵਿਤਕਰੇ ਦੇ ਨਾਲ ਇਲਾਕਾਈ ਵੰਡ ਦੇ ਨਾਲ ਤੁਸੀਂ ਉਹਨਾਂ ਬਾਰੇ ਬਹੁਤ ਕੁਝ ਦੇਖਿਆ ਵੀ ਹੈਗਾ ਤੁਸੀਂ ਹੋਰ ਦੱਸ ਸਕਦੇ ਹੋ ਕਿ ਇਨਫਲੂਐਂਸ ਕੀ ਹੋਇਆ ਹੈ ਸਾਰਾ ਕੁਝ ਤੁਹਾਡੇ ਉੱਤੇ? ਹਾਂ ਬਿਲਕੁਲ, ਬਾਹਰ ਵੀ ਸੜਕਾਂ 'ਤੇ ਵਿਚਰਦਿਆਂ ਹੋਇਆਂ ਵੀ ਕਈ ਇਹੋ ਜਿਹੇ ਬੋਲ ਬਾਹਰ ਸੁਣਨ ਨੂੰ ਮਿਲਦੇ ਸੀ ਕਦੇ ਕਦੇ ਵੀ ਜਿਹੜੇ ਕਿ ਚੰਗੇ ਨਹੀਂ ਸੀ ਲੱਗਦੇ, ਮਨ ਨੂੰ ਹਰਟ ਕਰਦੇ ਸੀਗੇ। ਉਹਦੇ ਨਾਲ ਨਾਲ ਕੰਮ ਕਰਦਿਆਂ ਵੀ ਐਸਾ ਵਿਤਕਰਾ ਦੇਖਿਆ ਕਿ ਸਿਰਫ ਰੰਗ ਨਸਲ ਦੇ ਹੁੰਦਿਆਂ ਉਹ ਜੋਬ ਲੰਘ ਕੇ ਸਾਨੂੰ ਲੰਘ ਕੇ ਕਿਸੇ ਹੋਰ ਨੂੰ, ਕਿਉਂਕਿ ਉਹਦਾ ਰੰਗ ਦੂਸਰਾ ਸੀ, ਉਹਨੂੰ ਦੇ ਦਿੱਤੀ ਗਈ। ਹਾਂਜੀ ਹਾਂਜੀ, ਇਹ ਵੀ ਦੇਖਿਆ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਡਾ ਕੁਐਸਚਨ ਦਾ ਅਗਲਾ ਪਾਰਟ ਸੀਗਾ ਕੀ ਸੀ ਕਿ ਲਾਈਕ ਥੋੜੇ ਇਹ ਰਾਈਟਿੰਗ ਦੇ ਵਿੱਚ ਕੀ ਥੋੜਾ ਇਨਫਲੂਐਂਸ? ਹਾਂਜੀ ਹਾਂ, ਇਹ ਚੀਜ਼ਾਂ ਅਚਾਨਕ ਹੀ ਜਿਵੇਂ ਆਪਣੇ ਆਪ ਹੀ ਸੋਚ ਦਾ ਜਦੋਂ ਹਿੱਸਾ ਬਣਦੀਆਂ ਨੇ ਤੇ ਕਵਿਤਾ ਸੋਚ 'ਚੋਂ ਹੀ ਉਪਜਦੀ ਆ। ਤੇ ਜੇ ਸੋਚ ਦੇ ਵਿੱਚ ਜਿਹੜੀ ਚੀਜ਼ ਆਉਂਦੀ ਆ ਉਹ ਤੁਹਾਡੀ ਕਵਿਤਾ ਦਾ ਵਿਸ਼ਾ ਬਣਦੀ ਹੈ। ਮੇਰੀਆਂ ਕਵਿਤਾਵਾਂ ਦੇ ਵਿੱਚ ਇਹਦਾ ਬਹੁਤ ਥਾਵਾਂ ਦੇ ਉੱਤੇ, ਈਵਨ ਮੇਰੀ ਇੱਕ ਕਵਿਤਾ ਹੈਗੀ ਆ ਬਿਮਾਰੀ, ਉਹ ਮੈਂ ਉਸ ਟਾਈਮ 'ਚ ਲਿਖੀ ਸੀ। ਇੱਕ ਮਜ਼ਦੂਰ ਆ ਜਿਹੜਾ ਉਹਨੂੰ ਪਤਾ ਵੀ ਮੈਂ ਅਗਲੇ ਦਿਨ ਕੰਮ ਤੇ ਜਾਣਾ ਹੀ ਜਾਣਾ, ਉਹ ਚਾਹੇ ਬਿਮਾਰ ਵੀ ਆ, ਉਹਨੇ ਗੋਲੀਆਂ ਲੈ ਕੇ ਫਿਰ ਵੀ ਕੰਮ ਤੇ ਜਾਣਾ। ਉਹ ਬਿਮਾਰੀ ਉਹਦੇ ਵਿੱਚ ਬੋਲਦੀ ਆ, ਉਹ ਬਈ ਮੈਨੂੰ ਇਹਦੀ ਬਜਾਏ ਵੀ ਜਿਹੜਾ ਬਿਮਾਰ ਕੰਮ ਆ ਹੈਗਾ ਉਹ ਬਿਮਾਰੀ ਤੋਂ ਡਰੇ, ਬਿਮਾਰੀ ਉਹਦੇ ਸਰੀਰ 'ਚ ਜਾਣ ਤੋਂ ਡਰਦੀ ਆ ਬਈ ਇਹ ਬੰਦੇ ਨੇ ਤਾਂ ਮੈਨੂੰ ਆਰਾਮ ਨਹੀਂ ਕਰਨ ਦੇਣਾ। ਸੋ ਥੋੜੇ ਇੱਕ ਕਵਿਤਾ ਸੀ ਜਿਹੜੀ ਸਾਨੂੰ ਬਹੁਤ ਪਸੰਦ ਆਈ ਸੀ, ਜਿਹੜੇ ਇਲਾਕਾਈ ਵੰਡ ਬਾਰੇ ਗੱਲ ਕਰ ਰਹੀ ਸੀ। ਉਹਦੇ ਵਿੱਚ ਇੱਕ ਲਾਈਨ ਸੀ ਜਿਹੜੇ ਮਾਝਾ ਮਾਲਵਾ ਦੇ ਦੁਆਬੇ ਬਾਰੇ ਗੱਲ ਕਰ ਸੀ। ਉਹ ਤੁਸੀਂ ਸਾਨੂੰ ਥੋੜ੍ਹੇ ਜਿਹੇ ਜੇ ਲਾਈਨ ਸੁਣਾ ਸਕੋਗੇ ਵਧੀਆ ਹੋਊਗੀ, ਪਰ ਤੁਸੀਂ ਸਾਨੂੰ ਦੱਸ ਰਹੇ ਕਿ ਤੁਹਾਨੂੰ ਰਿਸਪੌਂਸ ਕੀ ਮਿਲਿਆ ਸੀ ਲੋਕਾਂ ਤੋਂ? ਰਿਸਪੌਂਸ ਇਹ ਸੀ, ਮੈਂ ਜਿੱਥੋਂ ਤੱਕ ਮਹਿਸੂਸ ਕਰਦਾ ਕਈ ਵਾਰ ਤਾਂ ਵਿਤਕਰਾ ਅਸੀਂ ਜਾਣ ਬੁੱਝ ਕੇ ਨਹੀਂ ਕਰਦੇ, ਉਹ ਵਿਤਕਰਾ ਸਾਡਾ ਵੈਸੇ ਹੀ ਸੁਭਾਅ ਬਣ ਜਾਂਦਾ। ਅਸੀਂ ਚਾਹੁੰਦੇ ਵੀ ਨਹੀਂ ਹੁੰਦੇ, ਕਿਉਂਕਿ ਅਸੀਂ ਕੁਛ ਕੁ ਬੰਦੇ ਆ ਜਿਨ੍ਹਾਂ 'ਚ ਵਿਚਰਦੇ ਆ, ਜੋ ਹਰਕਤਾਂ ਉਹ ਕਰ ਰਹੇ, ਜੋ ਸੋਚਾਂ ਉਹ ਸੋਚਦੇ ਆ, ਉਹ ਸਾਡੀ ਸੋਚ ਦਾ ਵੀ ਹਿੱਸਾ ਬਣ ਜਾਂਦਾ। ਜਦੋਂ ਮੈਂ ਇਹ ਚੀਜ਼, ਮੇਰੀ ਕਵਿਤਾ ਉਹ ਵੰਡੀਆਂ ਨਾਂ ਦੀ ਕਵਿਤਾ ਸੀ, ਅਤੇ ਉਹਦੇ ਵਿੱਚ ਲਿਆਂਦਾ ਤਾਂ ਕਾਫੀ ਬੰਦਿਆਂ ਨੇ ਇਹ ਮਹਿਸੂਸ ਕੀਤਾ ਬਈ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਅਸੀਂ ਆਹ ਕਰੀ ਜਾ ਰਹੇ ਹਾਂ। ਅੱਛਾ ਅੱਛਾ। ਪਰ ਫਿਰ ਵੀ ਉਹ ਨੌਜਵਾਨ ਸੀਗੇ ਜਿਨ੍ਹਾਂ ਦੀ ਸੋਚ ਇਹ ਸੀ, ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੇ ਵਿੱਚ ਹਲੇ ਵੀ ਇਹ ਚੀਜ਼ਾਂ ਘਰ ਕਰੀ ਬੈਠੀਆਂ, ਉਹਨਾਂ 'ਚੋਂ ਕੱਢਣਾ ਬੜਾ ਔਖਾ। ਹਾਂਜੀ ਬਿਲਕੁਲ। ਰਾਈਟਿੰਗ ਦੀ ਫਾਰਮ ਦੇ ਬਾਰੇ ਵੀ, ਪੰਜਾਬ 'ਚ ਜਦ ਰਹਿ ਕੇ ਸ਼ੁਰੂ ਕੀਤਾ ਜਾਂ ਕਰ ਰਹੇ ਸੀਗੇ ਤਾਂ ਕਿਸ ਤਰੀਕੇ ਦੀ ਰਾਈਟਿੰਗ ਕਰ ਰਹੇ ਸੀਗੇ, ਅਤੇ ਕੈਨੇਡਾ ਆ ਕੇ ਫਾਰਮ ਕਿਵੇਂ ਬਦਲੀ, ਕਿੰਨੀ ਡਾਇਵਰਸਿਟੀ ਉਹ 'ਚ ਆਈ, ਕੀ ਚੀਜ਼ਾਂ ਉਹ 'ਚ ਰਿਫਲੈਕਟ ਕੀਤੀਆਂ? ਬਿਲਕੁਲ, ਇੱਕ ਤਾਂ ਕਿਸੇ ਵੀ ਲੇਖਕ ਦਾ ਉਮਰ ਦਾ ਫਰਕ ਹੁੰਦਾ। ਜਦੋਂ ਨੌਜਵਾਨ ਆ ਤਾਂ ਉਦੋਂ ਪਿਆਰ ਮੁਹੱਬਤ ਇਸ਼ਕ ਦੀਆਂ ਗੱਲਾਂ ਤੁਹਾਡੀ ਕਵਿਤਾ ਦਾ ਵਿਸ਼ਾ ਬਣਦੀਆਂ ਨੇ, ਅਤੇ ਮੇਰੀਆਂ ਕਵਿਤਾਵਾਂ ਦੇ ਵਿੱਚ ਵੀ ਇਹ ਵਿਸ਼ੇ ਬਣੇ। ਜਿਸ ਤਰ੍ਹਾਂ ਮੇਰੀ ਕਵਿਤਾ ਇੱਕ ਹੈਗੀ ਆ, ਮੇਰੇ ਦਿਲ ਦੇ ਵਿਹੜੇ ਦੇ ਵਿੱਚ ਪੰਛੀਆਂ ਫੇਰੀਆਂ ਪਾਈਆਂ, ਮੈਂ ਕੋਇਲਾਂ ਨੂੰ ਸੱਦਾ ਦਿੱਤਾ ਗਿਰਜਾਂ ਉੜ ਉਡਾਈਆਂ, ਮੇਰੀ ਖੁਸ਼ੀ ਉਧਾਰ ਲੈ ਗਈਆਂ, ਉਹ ਬੇਦਰਦ ਗੁਟਾਰਾਂ, ਮੋਰ ਤੋਂ ਲੈ ਕੇ ਪੈਰ ਉਧਾਰੇ ਜੋ ਨਾ ਮੋੜਨਾ ਆਈਆਂ। ਇਸ ਤਰ੍ਹਾਂ ਜਿਵੇਂ ਪਿਆਰ ਦੇ ਵਿੱਚ ਸੱਟ ਖਾਧੀ ਵਾਲਾ ਬੰਦਾ। ਫਿਰ ਇਹ ਤਾਂ ਸੀਗਾ ਇਹਦਾ ਦੂਜਾ ਪਾਸਾ। ਹਾਂਜੀ, ਇਹ ਵੀ ਉਹ ਬੰਦਾ ਫਿਰ ਸਟਰੋਂਗ ਵੀ ਹੁੰਦਾ। ਜ਼ਖਮ ਸਾਡੇ ਜਿਗਰ ਦੇ ਰਸਦੇ ਰਹੇ, ਅਸੀਂ ਗਵਾਂ ਦੀ ਸਿਖਰ ਵਿੱਚ ਹੱਸਦੇ ਰਹੇ, ਅਸੀਂ ਜਿਨ੍ਹਾਂ ਨੂੰ ਅੱਖ ਦਿੱਤੀ ਕਹਿਰ ਦੀ, ਉਹੀ ਉਹ ਸਾਨੂੰ ਕਹਿਰ ਨਾਲ ਤੱਕਦੇ ਰਹੇ। ਦੂਸਰਾ ਹੈਗਾ ਕਵਿਤਾ ਦੀ ਫਾਰਮ, ਕਿਸ ਤਰ੍ਹਾਂ ਦੀ ਕਵਿਤਾ। ਪਹਿਲਾਂ ਮਤਲਬ ਮੈਂ ਦੁਕਾਨ ਦੇ ਵਿੱਚ ਵੀ ਲਿਖਿਆ, ਖੁੱਲ੍ਹੀ ਕਵਿਤਾ ਦੇ ਵਿੱਚ ਵੀ ਲਿਖਿਆ, ਉਸ ਦੇ ਨਾਲ ਨਾਲ ਗਜ਼ਲ ਵੀ ਮੈਂ ਲਿਖੀ ਆ। ਅਤੇ ਇੱਕ ਜਿਹੜੀ ਫਿਰ ਜਿਵੇਂ ਤੁਸੀਂ ਕਿਵੇਂ ਬਾਹਰ ਆ ਕੇ ਗਰੋ ਹੁੰਦੇ ਹੋ, ਬਾਹਰ ਆ ਕੇ ਤੁਸੀਂ ਕਿਸ ਤਰ੍ਹਾਂ ਨਵੇਂ ਤਜਰਬੇ ਕਰਦੇ ਹੋ। ਇੱਥੇ ਆਇਆ ਪਹਿਲਾਂ ਜਿਵੇਂ ਹਾਈਕੂ ਪੋਇਟਰੀ ਆ, ਜਾਪਾਨੀ ਪੋਇਟਰੀ ਆ, ਇਹਦੇ ਬਾਰੇ ਬਿਲਕੁਲ ਨਹੀਂ ਸੀ ਮੈਂ ਜਾਣਦਾ। ਇੱਥੇ ਬੱਚਿਆਂ ਦੇ ਸਕੂਲਾਂ ਦੇ ਵਿੱਚ ਮੈਂ ਦੇਖਿਆ ਵੀ ਇੰਗਲਿਸ਼ ਦੇ ਵਿੱਚ ਹਾਈਕੂ ਪੜ੍ਹਾਇਆ ਜਾ ਰਿਹਾ, ਅਤੇ ਮੈਂ ਕਿਹਾ ਵੀ ਇਹ ਹਾਈਕੂ ਬਲਾ ਕੀ ਹੁੰਦੀ ਹੈ। ਅਤੇ ਫਿਰ ਉਹਦੇ ਬਾਰੇ ਮੈਂ ਖੋਜ ਕੀਤੀ ਵੀ ਇਹ ਕੀ ਚੀਜ਼ ਆ। ਉਹਦੇ ਬਾਰੇ ਇੰਗਲਿਸ਼ ਦੇ ਵਿੱਚ, ਪੰਜਾਬੀ 'ਚ ਤਾਂ ਕਿਤਾਬ ਹੈ ਨਹੀਂ ਸੀ। ਪੰਜਾਬੀ ਦੇ ਵਿੱਚ ਇੱਕ ਪਰਮਿੰਦਰ ਸੋਢੀ ਨੇ ਕਿਤਾਬ ਲਿਖੀ ਸੀ ਜਾਪਾਨ ਤੋਂ, ਉਹਨੇ ਪੰਜਾਬੀ ਦੇ ਵਿੱਚ ਹਾਈਕੂ ਇੰਟਰੋਡਿਊਸ ਕੀਤਾ। ਉਹਦੇ ਵਿੱਚ ਉਹਨੇ ਇਸ ਵਿਧਾ ਬਾਰੇ ਪੂਰੀ ਕਿਤਾਬ ਦੇ ਵਿੱਚ ਡਿਟੇਲ 'ਚ ਲਿਖਿਆ। ਕੁਛ ਕੁ ਉਹਨੇ ਜਿਹੜੇ ਜਾਪਾਨੀ ਹਾਈਕੂ ਰਾਈਟਰ ਸੀ
ਉਹਨਾਂ ਦੇ ਹਾਈਕੂ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਛਾਪੇ ਹੋਏ ਸੀਗੇ। ਅੱਛਾ। ਤੇ ਉਹ ਤੋਂ ਕਾਫੀ ਮਿਲਿਆ। ਫਿਰ ਮੈਂ ਇੰਗਲਿਸ਼ ਦੇ ਵਿੱਚ ਪੜ੍ਹਿਆ, ਮੈਂ ਹਾਈਕੂ ਲਿਖਣੇ ਸ਼ੁਰੂ ਕਰ ਦਿੱਤੇ। ਹਾਈਕੂ ਦੀ ਤਕਰੀਬਨ ਮੇਰੀ ਕਿਤਾਬ ਪੂਰੀ ਹੋ ਗਈ। ਫਿਰ ਇਹ ਸੀ ਵੀ ਮੈਂ ਤਾਂ ਜਾਣ ਗਿਆ ਹਾਈਕੂ ਬਾਰੇ, ਤੇ ਮੈਂ ਜਿਹੜੇ ਪਾਠਕਾਂ ਨੂੰ ਮੈਂ ਹਾਈਕੂ ਦੇਣਾ, ਐਟਲੀਸਟ ਮੈਂ ਚਾਹੁੰਦਾ ਵੀ ਉਹਨਾਂ ਨੂੰ ਮੈਂ ਇਹ ਦੱਸਾਂ ਵੀ ਹਾਈਕੂ ਹੁੰਦਾ ਕੀ ਹੈ। ਉਹਦੇ ਲਈ ਫਿਰ ਮੈਂ ਮੇਰੀ ਜਿਹੜੀ ਕਿਤਾਬ ਤ੍ਰਿਲ ਤੁਕ ਆ, ਉਹਦੇ ਵਿੱਚ ਨਰੋਲ ਹਾਈਕੂਆਂ ਦੀ ਕਿਤਾਬ ਪੰਜਾਬੀ ਦੇ ਵਿੱਚ ਉਹ ਪਹਿਲੀ, ਦੂਜੀ ਜਾਂ ਤੀਜੀ ਕਿਤਾਬ ਹੈਗੀ ਆ। ਤੇ ਉਹਦੇ ਵਿੱਚ ਫਿਰ ਮੈਂ ਇੱਕ ਸ਼ੁਰੂ ਦੇ ਵਿੱਚ ਡਿਟੇਲ ਦੇ ਵਿੱਚ ਇੱਕ 10 ਪੇਜ ਦਾ ਲੇਖ ਲਿਖਿਆ, ਜਿਹਦੇ ਵਿੱਚ ਮੈਂ ਉਹ ਹਾਈਕੂ ਦਾ ਇਤਿਹਾਸ ਕੀ ਹੁੰਦਾ ਤੇ ਇਹ ਪੋਇਟਰੀ ਦੇ ਵਿੱਚ ਕੀ ਬੰਦਸ਼ਾਂ ਹੈਗੀਆਂ ਨੇ ਸਾਰੀਆਂ ਲਿਖ ਕੇ ਫਿਰ ਮੈਂ ਉਹ ਪੋਇਟਰੀ ਜਿਹੜੀ ਆ ਇਹ ਪੰਜਾਬੀ ਦੇ ਵਿੱਚ ਇੰਟਰੋਡਿਊਸ ਕੀਤੀ। ਔਰ ਮੈਨੂੰ ਇੰਨਾ ਪਤਾ ਵੀ ਇੱਥੋਂ ਵਾਲੇ ਜਿਹੜੇ ਲੇਖਕ ਤਬਕਾ ਵੀ ਸਾਡਾ ਸੀਗਾ, ਜਦੋਂ ਇਹ ਕਿਤਾਬ ਆਈ ਆ ਤੇ ਬਹੁਤ ਸਾਰਿਆਂ ਨੇ ਹਾਈਕੂ ਨਾਮ ਪਹਿਲੀ ਵਾਰ ਸੁਣਿਆ। ਅੱਛਾ। ਤੇ ਤੁਸੀਂ ਵੀ ਸਾਨੂੰ ਵੀ ਹੁਣ ਦੱਸ ਦਿਓ, ਜਿਹੜੇ ਵੀ ਲਿਸਨਰ ਹਨ ਸੁਣ ਰਹੇ ਨੇ, ਭਈ ਹਾਈਕੂ ਕਵਿਤਾਵਾਂ ਕਿਹੋ ਜਿਹੀਆਂ ਨੇ, ਕੀ ਉਹਨਾਂ ਦੀਆਂ ਖਾਸ ਮਤਲਬ ਚੀਜ਼ਾਂ ਨੇ ਤੇ ਹੋਰ ਵਗੈਰਾ ਮੈਨੂੰ ਜੇ ਦੱਸ ਦਿਓ ਵੀ ਕਿਵੇਂ ਕਵਿਤਾਵਾਂ ਬਣਦੀਆਂ ਨੇ। ਇਹਦੀ ਜਿਹੜਾ ਹਾਈਕੂ ਇੱਕ 3 ਸਤਰਾਂ ਦੀ ਕਵਿਤਾ ਹੁੰਦੀ ਹੈ। ਇਹਦੇ ਵਿੱਚ ਤੁਕਾਂਤ ਦਾ ਹੋਣਾ ਜਾਂ ਨਾ ਹੋਣਾ ਕੋਈ ਜ਼ਰੂਰੀ ਨਹੀਂ। ਤੇ ਦੂਸਰਾ, ਜਾਪਾਨ ਦੇ ਵਿੱਚ ਇਹਦੇ ਲਈ ਖਾਸ ਜਿਹੜੀ ਸੀ 5-7-5 ਅੱਖਰਾਂ ਦਾ ਉਹਦੀ ਵੰਡ ਕੀਤੀ ਹੋਈ ਸੀ, ਬਣਤਰ ਸੀਗੀ। ਪਰ ਜਿਹੜੀ ਉਹਨਾਂ ਦੀ ਲਿਪੀ ਆ, ਅੰਗਰੇਜ਼ੀ ਲਿਪੀ ਆ ਜਾਂ ਗੁਰਮੁਖੀ ਲਿਪੀ ਆ, ਇਹਨਾਂ ਦਾ ਆਪਸ ਵਿੱਚ ਹੀ ਕਾਫੀ ਜ਼ਿਆਦਾ ਫਰਕ ਹੈਗਾ। ਸੋ ਅੰਗਰੇਜ਼ੀ ਵਾਲਿਆਂ ਨੇ ਵੀ ਜਦੋਂ ਹਾਈਕੂ ਉਹਨਾਂ ਤੋਂ ਲੈ ਕੇ ਫਰੈਂਚ ਵਾਲਿਆਂ ਨੇ ਵੀ ਜਦੋਂ ਆਪਣੀ ਭਾਸ਼ਾ ਦੇ ਵਿੱਚ ਲਿਖਣਾ ਸ਼ੁਰੂ ਕੀਤਾ, ਫਿਰ ਉਹਨਾਂ ਨੇ ਆਪਣੀਆਂ ਫੁੱਲਾਂ ਲਈਆਂ ਆਪਣੀ ਭਾਸ਼ਾ ਮੁਤਾਬਕ। ਉਹਨਾਂ ਨੇ ਇਹ ਸੋਚ ਲਿਆ ਵੀ 3 ਲਾਈਨਾਂ ਦਾ ਹਾਈਕੂ ਆ, ਪਹਿਲੀ ਲਾਈਨ ਤੇ ਆਖਰੀ ਲਾਈਨ ਛੋਟੀ ਹੋਵੇ, ਵਿਚਕਾਰਲੀ ਲੰਬੀ ਹੋਵੇ। ਤੇ ਉਹ ਇੱਕ ਤਾਂ ਇਹਦਾ ਵੱਡਾ ਗੁਣ ਆ ਸੰਜਮ, ਘੱਟ ਤੋਂ ਘੱਟ ਸ਼ਬਦ, ਇਹਦੇ ਵਿੱਚ ਇੱਕ ਵੀ ਸ਼ਬਦ ਫਾਲਤੂ ਨਹੀਂ ਹੋਣਾ ਚਾਹੀਦਾ। ਦੂਸਰਾ, ਇਹ ਜਿਹੜੀ ਗੱਲ ਹਾਈਕੂ ਦੇ ਵਿੱਚ ਕਹਿ ਰਹੇ ਹੋ ਇਹ ਗੁੰਝਲਦਾਰ ਨਹੀਂ ਹੋਣੀ ਚਾਹੀਦੀ। ਹਾਈਕੂ ਪੜ੍ਹਿਆ ਤੁਹਾਨੂੰ ਉਸੇ ਵੇਲੇ ਸਮਝ 'ਚ ਆਉਣਾ ਚਾਹੀਦਾ। ਜੇ ਸਮਝ 'ਚ ਨਹੀਂ ਆਉਂਦਾ ਉਹ ਹਾਈਕੂ ਨਹੀਂ। ਦੂਸਰਾ, ਹਾਈਕੂ ਜੇ ਮੈਂ ਸੌਖੇ ਸ਼ਬਦਾਂ 'ਚ ਕਹਾਂ ਹਾਈਕੂ ਕੀ ਆ, ਇੱਕ ਚਿੱਤਰਕਾਰ ਬੁਰਸ਼ ਨਾਲ ਤਸਵੀਰ ਬਣਾਉਂਦਾ, ਇੱਕ ਲੇਖਕ ਕਲਮ ਨਾਲ 3 ਸਤਰਾਂ ਦੇ ਵਿੱਚ ਸ਼ਬਦਾਂ ਦੀ ਇੱਕ ਤਸਵੀਰ ਬਣਾਉਂਦਾ। ਜਦੋਂ ਉਹਨੂੰ ਤੁਸੀਂ ਪੜ੍ਹਨਾ ਤਾਂ ਤੁਹਾਡੇ ਸਾਹਮਣੇ ਇੱਕ ਚਿੱਤਰ ਚਿਤਰਿਆ ਜਾਣਾ। ਤੇ ਉਹ ਜਿਵੇਂ ਮੈਂ ਤੁਹਾਨੂੰ ਨਿਸਰੀਆਂ ਕਣਕਾਂ, ਹਵਾ ਦਾ ਬੁੱਲਾ, ਬੱਲੀਆਂ ਪਾਉਂਦੀਆਂ ਗਿੱਧਾ, ਮਤਲਬ ਸਿੰਪਲ ਤੁਹਾਡੇ ਸਾਹਮਣੇ ਇੱਕ ਸੀਨ ਕ੍ਰੀਏਟ ਕਰ ਦੇਣਾ ਹੈਗਾ, ਉਹਦੇ ਆ ਜਾਂਦਾ। ਫਿਰ ਇਹਦੇ ਵਿੱਚ ਵਿਅੰਗ ਇਹਦਾ ਬਹੁਤ ਵੱਡਾ ਹਿੱਸਾ ਹੈਗਾ। ਵਿਰੋਧਭਾਸ, ਇੱਕ ਗੱਲ ਦਾ ਆਪੋਜ਼ਿਟ ਕ੍ਰਾਸ ਕਰਨਾ ਹੈਗਾ। ਤੇ ਜਿਵੇਂ ਮੇਰਾ ਇੱਕ ਨਵਾਂ ਹੀ ਸ਼ਾਇਦ ਹਾਈਕੂ ਹੈਗਾ, ਹੁਣ ਮੇਰੇ ਚੇਤੇ ਨਹੀਂ ਰਹਿੰਦੀਆਂ ਹੈਗੀਆਂ ਗੱਲਾਂ, ਤੇ ਉਹ ਹੈਗਾ ਚੀਨਾ ਕਬੂਤਰ ਦੇਖ ਬਗਾਨੀ ਛਤਰੀ ਬਾਰੀਆਂ ਪਾਵੇ। ਸੋ ਸਿੰਪਲ ਸਾਦੇ ਲਫ਼ਜ਼ਾਂ ਦੇ ਵਿੱਚ ਕੋਈ ਗੱਲ ਨੂੰ ਕਹਿਣਾ। ਉਮਰ ਨਾਲ ਤੇ ਤਜਰਬੇ ਦੇ ਨਾਲ ਤੁਹਾਡਾ ਲਿਖਾਈ ਕਿਵੇਂ ਬਦਲੀ ਤੇ ਫਰਕ ਕਿਵੇਂ ਪਿਆ? ਬਿਲਕੁਲ, ਇਹ ਹਰ ਇੱਕ ਲੇਖਕ ਦੇ ਮੈਂ ਸਮਝਦਾ ਵੀ ਲੇਖਣੀ ਦੇ ਵਿੱਚ ਫਰਕ ਪੈਂਦਾ। ਜਦੋਂ ਅਸੀਂ ਨੌਜਵਾਨ ਹੁੰਦੇ ਆ ਤਾਂ ਸਾਡੀਆਂ ਸੋਚਾਂ ਚੰਚਲ ਹੁੰਦੀਆਂ ਨੇ, ਅਸੀਂ ਹਰ ਗੱਲ ਛੇਤੀ ਐਕਸ਼ਨ ਲੈ ਲੈਂਦੇ ਆ। ਤੇ ਜਿਉਂ-ਜਿਉਂ ਅਸੀਂ ਤਜਰਬੇ 'ਚੋਂ ਲੰਘ ਜਾਂਦੇ, ਸਾਡੇ ਵਿੱਚ ਇੱਕ ਪਕਿਆਈ, ਇੱਕ ਪ੍ਰੌੜਤਾ ਆਉਂਦੀ ਜਾਂਦੀ ਹੈ। ਸਾਡੀ ਸੋਚ ਜਿਹੜੀ ਉਹ ਵੱਡੀ ਹੁੰਦੀ ਜਾਂਦੀ ਹੈ। ਜੀਵਨ ਦਾ ਐਕਸਪੀਰੀਅੰਸ ਦੇ ਨਾਲ ਅਸੀਂ ਨਵਾਂ ਤਜਰਬੇ ਕਰਦੇ ਹਾਂ ਜਦੋਂ, ਤੇ ਸਾਡੀ ਜਿਹੜੀ ਸੋਚ ਆ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਨਾ ਪਕਿਆਈ ਆ ਜਾਂਦੀ ਹੈ। ਤੇ ਮੇਰੀਆਂ ਰਚਨਾਵਾਂ ਵੀ, ਮੈਂ ਹੁਣ ਬਹੁਤ ਸਾਰੀਆਂ ਰਚਨਾਵਾਂ ਐਸੀਆਂ ਨੇ ਜਦੋਂ ਮੈਂ ਆਪ ਪੜ੍ਹਦਾ ਪਹਿਲੀਆਂ ਲਿਖੀਆਂ ਹੋਈਆਂ ਤਾਂ ਮੈਨੂੰ ਉਹਨਾਂ ਵਿੱਚ ਬਚਕਾਨਾ ਦਿਖਦਾ, ਮੇਰਾ ਆਪਦਾ ਯੂਥ ਝਲਕਦਾ ਨਜ਼ਰ ਆਉਂਦਾ। ਤੇ ਜਿਹੜੀਆਂ ਹੁਣ ਉੱਥੋਂ ਤੇ ਹੁਣ ਜਿਹੜੀਆਂ ਅੱਜ ਲਿਖ ਰਿਹਾ ਉਹਨਾਂ ਦੇ ਵਿੱਚ ਜੀਵਨ ਦਾ ਜਿਹੜਾ ਐਕਸਪੀਰੀਅੰਸ ਦੀ ਪਕਿਆਈ ਉਹ ਜ਼ਿਆਦਾ ਬਲਵਾਨ ਆ। ਤੇ ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਚੰਚਲਤਾ, ਪਿਆਰ ਮੁਹੱਬਤ ਦੀਆਂ ਗੱਲਾਂ ਇਸ ਤਰ੍ਹਾਂ ਦੀਆਂ ਸੀ। ਤੇ ਹੁਣ ਜੇ ਪਿਆਰ ਮੁਹੱਬਤ ਦੀ ਵੀ ਗੱਲ ਹੁੰਦੀ ਆ ਤਾਂ ਉਹ ਵੀ ਇੱਕ ਲੈਵਲ ਦੇ ਉੱਤੇ ਜਾ ਕੇ ਕਈ ਵਾਰ ਇੱਥੋਂ ਧਰਤੀ ਦਾ ਪਿਆਰ ਨਾ ਰਹਿ ਕੇ ਇੱਕ ਜਿਵੇਂ ਹਕੀਕੀ ਟਾਈਪ ਦਾ ਪਿਆਰ
ਇਸ਼ਕ ਮਜਾਜੀ ਤੋਂ ਹਕੀਕੀ ਵੱਲ ਨੂੰ ਜ਼ਿਆਦਾ ਗੱਲ ਹੁੰਦੀ ਆ। ਸੋ ਸਮੇਂ ਨਾਲ ਤੁਹਾਡਾ ਬਾਕੀ ਜੋ ਤੁਸੀਂ ਪੜ੍ਹਦੇ ਹੋ, ਤੁਹਾਡਾ ਜਿਹੜਾ ਪੜ੍ਹਨਾ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੈ। ਜਿਸ ਵਿਅਕਤੀ ਨੇ ਕਿਤਾਬਾਂ ਨਹੀਂ ਪੜ੍ਹੀਆਂ ਤੇ ਤੁਸੀਂ ਗਰੋ ਨਹੀਂ ਕਰਦੇ। ਇੱਕ ਤਾਂ ਜੀਵਨ ਦੇ ਵਿੱਚ ਅਸੀਂ ਲੋਕਾਂ ਦੇ ਜੀਵਨ ਨੂੰ ਪੜ੍ਹਦੇ ਹਾਂ, ਲੋਕਾਂ ਨਾਲ ਵਿਚਰਦੇ ਹਾਂ। ਇੱਕ ਅਸੀਂ ਪੁਸਤਕਾਂ, ਜਦੋਂ ਇੱਕ ਕਿਤਾਬ ਪੜ੍ਹਦੇ ਹਾਂ ਅਸੀਂ ਇੱਕ ਵਿਅਕਤੀ ਦੇ ਪੂਰੇ ਜੀਵਨ ਦਾ ਐਕਸਪੀਰੀਅੰਸ ਸਾਨੂੰ ਕਾਗਜ਼ਾਂ ਦੇ ਵਿੱਚੋਂ ਮਿਲ ਜਾਂਦਾ। ਸੋ ਇਹ ਗਰੋਥ ਦੇ ਲਈ ਤੁਹਾਡਾ ਪੜ੍ਹਨਾ, ਸਾਡਾ ਪੜ੍ਹਨਾ ਸਾਰਿਆਂ ਦਾ ਬਹੁਤ ਜ਼ਰੂਰੀ ਹੈ। ਅਤੇ ਉਹਦੇ ਵਿੱਚੋਂ ਫਿਰ ਤੁਹਾਡੀ ਆਪਣੀ ਰਚਨਾ ਦੇ ਵਿੱਚ ਪਕਿਆਈ ਵੀ ਆਉਂਦੀ ਹੈ। ਪੰਜਾਬੀ ਕੈਨੇਡੀਅਨ ਜਿਹੜੀ ਰਾਈਟਿੰਗ ਹੈਗੀ ਆ, ਇਹਦੇ ਪਾਠਕ ਕਿੰਨੇ ਕੁ ਹੈਗੇ? ਇਹ ਤੁਹਾਡਾ ਬੜਾ ਦਿਲ ਨੂੰ ਦੁਖੀ ਕਰਨ ਵਾਲਾ ਸਵਾਲ ਆ। ਅਨਫਾਰਚੂਨੇਟਲੀ ਜਿਹੜਾ ਪਾਠਕ ਬਹੁਤ ਥੋੜ੍ਹੇ। ਜਿਹੜੀਆਂ ਸਹਿਜ ਸਭਾਵਾਂ ਨੂੰ ਵੀ ਇਹਦਾ ਕੋਈ ਉਪਰਾਲਾ ਕਰਨਾ ਚਾਹੀਦਾ। ਅਸੀਂ ਕਈ ਵਾਰ ਸਹਿਜ ਸਭਾਵਾਂ 'ਚ ਬੈਠੇ ਵੀ ਇਹਦੇ ਬਾਰੇ ਸੋਚਦੇ ਹਾਂ। ਅਤੇ ਜਿਹੜਾ ਪਾਠਕ ਆ ਨਾ, ਉਹ ਵੱਡੀ ਉਮਰ ਦਾ ਹੀ ਆ, ਜਾਂ ਲੇਖਕ ਨੇ ਜਾਂ ਵੱਡੀ ਉਮਰ ਦੇ ਪਾਠਕ ਨੇ। ਅਤੇ ਜਿਹੜਾ ਯੂਥ ਆ, ਅੱਜ ਦਾ ਯੂਥ ਆ, ਸਾਨੂੰ ਉਹਨਾਂ ਨੂੰ ਇਹ ਪਾਠਕ ਬਣਾਉਣਾ ਬਹੁਤ ਜ਼ਰੂਰੀ ਆ। ਫਿਰ ਹੀ ਅਸੀਂ ਸਾਡੀਆਂ ਜਿਹੜੀਆਂ ਰਚਨਾਵਾਂ ਮਤਲਬ ਹੋਰ ਲਿਖ ਸਕਦੇ ਹਾਂ, ਜਾਂ ਯੂਥ ਵੀ ਪੰਜਾਬੀ 'ਚ ਲਿਖਣ। ਇੱਦੋਂ ਅੱਗੇ ਦੀ ਗੱਲ ਇਹ ਆ ਵੀ ਜਿਹੜਾ ਨੌਜਵਾਨ ਅੱਜ ਦਾ ਉਹ ਪੰਜਾਬੀ 'ਚ ਲਿਖੇ। ਔਰ ਦੁਖਾਂਤ ਉਹ ਤੋਂ ਵੀ ਵੱਡਾ ਇਹ ਆ ਵੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਪ੍ਰੋਫੈਸਰ ਪੰਜਾਬੀ ਪੜ੍ਹਾ ਕੇ ਕਮਾਈ ਕਰ ਰਹੇ ਨੇ, ਉਹਨਾਂ ਦੇ ਬੱਚੇ ਕਾਲਜਾਂ ਦੇ ਵਿੱਚ ਅੰਗਰੇਜ਼ੀ ਪੜ੍ਹ ਰਹੇ ਨੇ, ਸਕੂਲਾਂ 'ਚ ਅੰਗਰੇਜ਼ੀ ਪੜ੍ਹ ਰਹੇ ਨੇ। ਸੋ ਪੰਜਾਬੀ ਦੇ ਵਿੱਚ ਜਿਹੜਾ ਪਾਠਕ ਸਾਨੂੰ ਪੈਦਾ ਕਰਨਾ ਪੈਣਾ। ਅੱਜ ਉਹ ਪਾਠਕ ਦੀ ਘਾਟ ਆ, ਇਹ ਬਹੁਤ ਵੱਡਾ ਵਿਸ਼ਾ ਚਿੰਤਾ ਦਾ ਹੈਗਾ। ਅਤੇ ਜਿਵੇਂ ਮੇਰੇ ਹਾਈਕੂ ਦੇ ਵਿੱਚ ਵੀ ਇੱਕ 'ਚ ਲਿਖਿਆ ਸੀਗਾ, 40 ਲੇਖਕ, 1 ਸਰੋਤਾ, ਵਰਲਡ ਪੰਜਾਬੀ ਕਾਨਫਰੰਸ। ਸੋ ਇਹ ਵੀ ਇੱਕ ਤਰ੍ਹਾਂ ਨਾਲ ਜਦੋਂ ਤੁਸੀਂ ਐਕਸਪੀਰੀਅੰਸ 'ਚੋਂ ਲੰਘਦੇ ਹੋ, ਤੁਸੀਂ ਉਹਨਾਂ ਚੀਜ਼ਾਂ ਨੂੰ ਵੀ ਮੈਂ ਮਤਲਬ, ਕਿਉਂਕਿ ਮੈਂ ਜੇ ਲੇਖਕ ਹਾਂ ਤਾਂ ਮੈਂ ਇਹ ਜਿਹੜੀ ਸਾਡੇ ਵਿੱਚ ਦੁੱਖ ਵਾਲੀਆਂ ਗੱਲਾਂ ਨੇ, ਇਹ ਵੀ ਮੇਰਾ ਕਰਨਾ ਫਰਜ਼ ਬਣਦਾ। ਪ੍ਰੇਰਨਾ ਕਿੱਥੋਂ ਮਿਲੀ ਸੀ? ਅਤੇ ਅਸੀਂ ਕਾਫੀ ਪੜ੍ਹਿਆ ਵੀ ਤੁਹਾਡੀ ਮਤਲਬ ਪਤਨੀ ਵੱਲੋਂ ਵੀ ਤੁਹਾਨੂੰ ਕਾਫੀ ਪ੍ਰੇਰਨਾ ਮਿਲੀ। ਮੇਰਾ ਖਿਆਲ ਆ ਇੱਕ ਬੜਾ ਲੱਕੀ ਵਿਅਕਤੀ ਹੈਗਾ ਮੇਰੇ ਪਰਿਵਾਰ ਵੱਲੋਂ, ਜਿੱਥੇ ਪਹਿਲਾਂ ਮਾਂ ਬਾਪ ਵੱਲੋਂ ਵੀ ਬੜਾ ਇਸ ਪੱਖੋਂ ਉਤਸ਼ਾਹਿਤ ਕੀਤਾ ਗਿਆ। ਮੇਰੀ ਵਾਈਫ ਮਨਜੀਤ, ਉਹ ਅਸਲ ਦੇ ਵਿੱਚ ਮੇਰੀਆਂ ਰਚਨਾਵਾਂ ਦੀ ਪਹਿਲੀ ਪਾਠਕ ਹੁੰਦੀ ਹੈ। ਔਰ ਮੈਂ ਦੇਖਿਆ ਵੀ ਜੇ ਉਹਨਾਂ ਨੂੰ ਕੋਈ ਮੇਰੀ ਰਚਨਾ ਚੰਗੀ ਨਹੀਂ ਲੱਗੀ ਤਾਂ ਮੈਨੂੰ ਮੂੰਹ 'ਤੇ ਕਹਿ ਦਿੰਦੇ, ਆਹ ਨਹੀਂ ਮੈਨੂੰ ਚੰਗੀ ਲੱਗੀ, ਆਹ ਚੰਗੀ ਲੱਗੀ। ਔਰ ਵੱਡੀ ਗੱਲ ਇਹ ਆ ਵੀ ਜਿਹੜੀ ਰਚਨਾ ਨੂੰ ਮੇਰੇ ਵਾਈਫ ਨੇ ਉਹਨੂੰ ਚੰਗੀ ਲੱਗੀ ਆ, ਪਾਠਕਾਂ ਨੇ ਉਹਨੂੰ ਸਲਾਹਿਆ। ਸੋ ਮੇਰੀ ਪਹਿਲੀ ਪਾਠਕ ਹੁੰਦੇ ਆ। ਅਤੇ ਉਸ ਤੋਂ ਬਾਅਦ ਮੈਂ ਹੁਣ ਵੀ ਜਿਹੜੀਆਂ ਮੇਰੀ ਰਚਨਾਵਾਂ ਛਪਦੀਆਂ ਲਿਖਦਾ ਮੈਂ ਵਾਈਫ ਨੂੰ ਜ਼ਰੂਰ ਸੁਣਾਉਣਾ। ਅਤੇ ਉਸ ਤੋਂ ਬਾਅਦ ਜਿਵੇਂ ਗੱਲ ਹਾਈਕੂ ਦੀ ਸੀਗੀ, ਹਾਈਕੂ ਮੈਂ ਕਾਹਤੇ ਇੱਕ ਲੇਖਕ ਦੇ ਤੌਰ 'ਤੇ ਚੁਣਿਆ। ਅੱਜ ਜਿਹੜਾ ਯੁੱਗ ਆ ਨਾ, ਇਹ ਬੜਾ ਰਫਤਾਰ ਦਾ ਯੁੱਗ ਆ। ਜਿਹੜੇ ਲੋਕ ਨੇ ਉਹਨਾਂ ਕੋਲ ਵਕਤ ਨਹੀਂ ਹੈ ਵੱਡੀਆਂ ਵੱਡੀਆਂ ਲੱਛੇਦਾਰ ਗੱਲਾਂ ਦੇ ਵਿੱਚ, ਨਾ ਉਹਨਾਂ ਨੂੰ ਪੜ੍ਹਨਾ ਚਾਹੁੰਦੇ, ਨਾ ਉਹਨਾਂ 'ਚ ਉਲਝਣਾ ਚਾਹੁੰਦੇ। ਉਹ ਦੋ ਟੁੱਕ ਗੱਲ ਸੁਣਨੀ ਚਾਹੁੰਦੇ ਆ। ਪੁਆਇੰਟ ਆਫ ਵਿਊ ਜਿਹੜਾ ਹੈਗਾ ਨਾ, ਯੂ ਜਸਟ ਉਹ ਉਹਨਾਂ ਨੂੰ ਪੁਆਇੰਟ ਆਫ ਵਿਊ ਦਿਓ। ਜਿਹੜਾ ਹਾਈਕੂ ਮੈਂ ਇਸ ਤਰ੍ਹਾਂ ਸਮਝਿਆ ਵੀ ਅੱਜ ਦੇ ਰਫਤਾਰ ਦੇ ਯੁੱਗ ਦੇ ਵਿੱਚ ਥੋੜ੍ਹੇ ਸ਼ਬਦਾਂ ਦੇ ਵਿੱਚ ਗੱਲ ਕਹਿ ਕੇ ਤੁਸੀਂ ਤੁਰਦੇ ਬਣੋ, ਗੱਲ ਖਤਮ। ਅਤੇ ਨਹੀਂ ਜੇ ਹੁਣ ਲੰਬੀ ਕਵਿਤਾ ਸ਼ੁਰੂ ਕਰ ਲਓ। ਮੈਂ ਦੇਖਦਾ ਹੁੰਦਾ ਕਈ ਵਾਰ ਬਹੁਤ ਸਾਰੇ ਲੇਖਕ, ਜਾਂ ਉਹਨਾਂ 'ਚੋਂ ਮੈਂ ਵੀ ਇੱਕ ਹਾਂ, ਅਸੀਂ ਕਵਿਤਾ ਪੜ੍ਹ ਰਹੇ ਹੁੰਦੇ ਹਾਂ ਅਤੇ ਜਿਹੜਾ ਸਰੋਤਾ ਉਬਾਸੀਆਂ ਲੈ ਰਿਹਾ ਹੁੰਦਾ, ਹੈ ਨਾ। ਅਤੇ ਤੁਸੀਂ ਜਦੋਂ ਹਾਈਕੂ ਪੜ੍ਹਦੇ ਹੋ, ਹਾਈਕੂ ਬੋਲਦੇ ਹੋ, ਗੱਲ ਸ਼ੁਰੂ ਹੋਈ ਅਤੇ ਨਾਲ ਹੀ ਠਾਹ ਦੇਣੇ ਖਤਮ। ਅਤੇ ਹਾਈਕੂ ਅੱਜ ਦੇ ਯੁੱਗ ਦੇ ਮੇਚ ਦੀ ਇੱਕ ਬੜੀ ਵਧੀਆ ਕਵਿਤਾ ਹੈਗੀ ਹੈ। ਪਰ ਭਾਵੇਂ ਮਤਲਬ ਉਹਦਾ ਲਾਈਨਾਂ ਤਾਂ ਥੋੜ੍ਹੀਆਂ ਹੁੰਦੀਆਂ ਨੇ, ਪਰ ਜਿਹੜਾ ਉਹਦਾ ਅਸਰ ਪੈਂਦਾ ਅਤੇ ਜਿਹੜੀ ਗੱਲ ਉਹਦੇ ਵਿੱਚ ਮਤਲਬ ਦੱਸੀ ਜਾਂਦੀ ਹੈ, ਕਾਫੀ ਮਤਲਬ ਲੋਕਾਂ ਉੱਤੇ ਪ੍ਰਭਾਵ ਕਾਫੀ ਪੈਂਦਾ ਹੈ। ਬਿਲਕੁਲ, ਇੱਕ ਤਰ੍ਹਾਂ ਨਾਲ ਤੁਸੀਂ ਉਹਨਾਂ ਦੀ ਸੋਚ ਦੇ ਵਿੱਚ ਬੰਬ ਰੱਖ ਕੇ ਉਹਨੂੰ ਪਲੀਤਾ ਲਾ ਦਿੰਦੇ ਹੋ, ਠਾ ਦੇਣੇ ਵੱਜਦਾ। ਅਤੇ ਬਾਕੀ ਦੂਸਰੀ ਗੱਲ ਇਹ ਹੁੰਦੀ ਹੈ ਵੀ ਇੱਕ ਲੇਖਕ ਦੀ ਸਮਰੱਥਾ ਆਪਦੀ ਕਿੰਨੀ ਕੁ, ਉਹ ਕਿੱਡੀ ਕੁ ਵਧੀਆ ਗੱਲ ਕਹਿ ਸਕਦਾ, ਕਿੰਨੇ ਕੁ ਵਧੀਆ ਸ਼ਬਦਾਂ 'ਚ ਬੰਨ੍ਹ ਸਕਦਾ, ਉਹ ਉਹਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੀ ਹੈ। ਜਿਹੜਾ ਆਹ ਜਿਵੇਂ ਨਾਂ ਹੀ ਆ ਹਾਈਕੂ, ਇਹ ਜੋ ਆਪਣੇ ਪੰਜਾਬੀ ਕਮਿਊਨਿਟੀ ਦੇ ਜਿਹੜੇ
ਜਿਹੜੇ ਪਹਿਲਾਂ ਹਾਈਕੂ ਜਾਣਦੇ ਨਹੀਂ ਸੀਗੇ, ਕਦੇ ਇਹ ਸੁਣਿਆ ਨਹੀਂ, ਜਦੋਂ ਇਹ ਨਾਂ ਸੁਣਦੇ ਆ ਉਹਨਾਂ ਦੇ ਮਨ ਦੇ ਵਿੱਚ ਤੁਹਾਨੂੰ ਇੰਟਰਸਟ ਪੈਦਾ ਹੁੰਦਾ ਜੇ? ਪਹਿਲਾਂ ਤਾਂ ਉਹ ਜਦੋਂ ਹਾਈਕੂ ਲਫ਼ਜ਼ ਬੋਲਿਆ ਉਹ ਕਹਿੰਦੇ ਇਹ ਕੀ ਬਲਾ। ਤੇ ਆਮ ਤੌਰ ਤੇ ਜਿਹੜੇ ਪਾਠਕਾਂ ਨੇ ਤਾਂ ਛੇਤੀ ਪ੍ਰਵਾਨ ਕਰ ਲਿਆ ਇਹਨੂੰ, ਤੇ ਜਿਹੜਾ ਲੇਖਕ ਤਬਕਾ ਸੀਗਾ ਉਹ ਹਲੇ ਤੱਕ ਵੀ ਇਹਦੇ ਬਾਰੇ ਇਹਨੂੰ ਪ੍ਰਵਾਨ ਕੁਛ ਕਰ ਰਹੇ ਨੇ, ਕੁਛ ਨਹੀਂ ਕਰ ਰਹੇ। ਉਹ ਇਹ ਕਹਿ ਰਹੇ ਨੇ ਪੰਜਾਬੀ ਦੇ ਵਿੱਚ ਕੁਛ ਵਿਧਾਵਾਂ ਹੈਗੀਆਂ ਨੇ ਜਿਹੜੀਆਂ ਇਹਦੇ ਨਾਲ ਮਿਲਦੀਆਂ ਜੁਲਦੀਆਂ ਨੇ, ਤੁਸੀਂ ਉਹਨਾਂ ਜਗ੍ਹਾ ਤੇ ਨਹੀਂ ਲਿਖਦੇ, ਇਹ ਕਾਹਤੇ। ਪਰ ਮੈਂ ਇਹਨੂੰ ਇਹ ਸਮਝਦਾ ਵੀ ਜੇ ਉਹੀ ਉਹ ਵਿਧਾਵਾਂ ਤਾਂ ਬਹੁਤ ਕੁਛ ਲਿਖਿਆ ਜਾ ਚੁੱਕਿਆ, ਲੋਕ ਲਿਖ ਵੀ ਰਹੇ ਨੇ, ਮੈਂ ਵੀ ਲਿਖ ਸਕਦਾ ਕੱਲ੍ਹ ਨੂੰ। ਪਰ ਇੱਥੇ ਬਾਹਰ ਆ ਕੇ ਜੇ ਮੈਂ ਕੁਛ ਆਪਣੀ ਸੋਚ ਦਾ ਗਰੋਥ ਕੀਤਾ ਹੈਗਾ, ਕੋਈ ਨਵੀਂ ਚੀਜ਼ ਐਡ ਕਰਕੇ, ਮੈਂ ਚਾਹੁੰਦਾ ਮੇਰਾ ਜਿਹੜਾ ਪਾਠਕ ਆ ਜਾਂ ਮੇਰਾ ਜਿਹੜਾ ਸੁਣਨ ਵਾਲਾ ਉਹਨੂੰ ਵੀ ਮੈਂ ਇੰਟਰੋਡਿਊਸ ਕਰਾਂ। ਮੈਂ ਇਸ ਪੱਖੋਂ ਤੁਹਾਨੂੰ ਸ਼ਾਇਦ ਇਸ ਚੀਜ਼ ਦਾ ਪਤਾ ਨਾ ਹੋਵੇ, ਜਿਹੜੀ ਪੰਜਾਬੀ ਦੇ ਵਿੱਚ ਜਿੰਨੀਆਂ ਵਿਧਾਵਾਂ ਨੇ, ਗਜ਼ਲ ਆ, ਕਵਾਲੀ ਆ ਜਾਂ ਈਵਨ ਖੁੱਲ੍ਹੀ ਕਵਿਤਾ, ਇਹ ਸਾਰੀਆਂ ਇੱਧਰੋਂ ਹੋਰਾਂ ਭਾਸ਼ਾਵਾਂ 'ਚੋਂ ਆਈਆਂ ਨੇ, ਇੰਗਲਿਸ਼ ਦੇ ਵਿੱਚੋਂ ਆਈਆਂ ਨੇ। ਜਦੋਂ ਪੰਜਾਬੀ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਹੋਣਾ ਹੀ ਖੁੱਲ੍ਹੀ ਕਵਿਤਾ ਲੈ ਕੇ ਆਏ ਨੇ, ਤਾਂ ਲੋਕਾਂ ਨੇ, ਲੇਖਕਾਂ ਨੇ ਇਹਨਾਂ ਨੂੰ ਪ੍ਰਵਾਨ ਨਹੀਂ ਸੀ ਕੀਤਾ। ਉਹ ਕਹਿੰਦੇ ਸੀ ਵੀ ਇਹ ਤਾਂ ਕਵਿਤਾ 'ਚ ਲਿਖੀ ਵਾਰਤਕ ਆ। ਇਸੇ ਤਰ੍ਹਾਂ ਬਹੁਤ ਸਾਰੀਆਂ ਵਿਧਾਵਾਂ ਪਹਿਲਾਂ ਇਹਦੇ ਜਿਹੜੀਆਂ ਹੈਗੀਆਂ ਨੇ ਇਹਦੇ ਵਿੱਚੋਂ ਆਈਆਂ ਹੋਈਆਂ ਨੇ। ਇਸੇ ਤਰ੍ਹਾਂ ਮੈਂ ਸਮਝਿਆ ਵੀ ਜਿਹੜਾ ਹਾਈਕੂ ਆ ਉਹ ਇੱਥੇ ਬੈਠੇ ਜੇ ਕੁਛ ਮੈਂ ਸਿੱਖਿਆ ਤਾਂ ਮੈਂ ਆਪਣੇ ਪਾਠਕਾਂ ਨਾਲ ਜ਼ਰੂਰ ਸਾਂਝਾ ਕਰਾਂ। ਇੱਕ ਹੋਰ ਕੁਐਸਚਨ ਸੀਗਾ ਕਿ ਜਿਹੜੇ ਪੰਜਾਬੀ ਲੋਕ ਆ ਜੋ ਇੱਥੇ ਆਉਂਦੇ ਆ ਉਹ ਕਹਿੰਦੇ ਆ ਕਿ ਕੈਨੇਡਾ ਆਏ ਆ, ਪੈਸੇ ਕਮਾਏ ਆ ਪਰ ਬੱਚੇ ਗਵਾਏ। ਥੋੜਾ ਕੀ ਖਿਆਲ ਹੈ ਇਹਦੇ ਬਾਰੇ? ਦੇਖੋ, ਜਦੋਂ ਅਸੀਂ ਕੁਛ ਵੀ ਵੱਖਰਾ ਕਰਦੇ ਹਾਂ, ਘਰੋਂ ਬਾਹਰ ਨਿਕਲਦੇ ਹਾਂ, ਉਹਦੇ ਜਿਹੜੇ ਪੋਜ਼ੀਟਿਵ ਤੇ ਨੈਗੇਟਿਵਸ ਤਾਂ ਹੋਣਗੇ। ਕਈ ਵਾਰ ਉਹਨਾਂ ਦਾ ਨਜ਼ਰੀਆ ਸਿਰਫ ਇੰਨਾ ਹੀ ਹੁੰਦਾ ਬਈ ਬੱਚੇ ਗਵਾਉਣ ਤੱਕ ਦਾ ਨਜ਼ਰੀਆ ਸਿਰਫ ਇੰਨਾ ਹੀ ਆ ਬਈ ਉਹ ਬੱਚੇ ਉਹ ਕੁਛ ਨਹੀਂ ਕਰ ਰਹੇ ਜਿਹੜੇ ਅਸੀਂ ਕਰ ਰਹੇ ਹਾਂ। ਜੇ ਤਾਂ ਉਹ ਬੱਚੇ ਉਹੀ ਕਰ ਰਹੇ ਨੇ ਜੋ ਅਸੀਂ ਕਰ ਰਹੇ ਹਾਂ, ਫਿਰ ਤਾਂ ਬੱਚੇ ਸਾਡੇ ਨੇ। ਜੇ ਉਹ ਕੁਛ ਵੱਖਰਾ ਕਰ ਰਹੇ ਨੇ ਤਾਂ ਉਹਨੂੰ ਗਵਾਉਣਾ ਕਹਿ ਦਿੰਦੇ ਆ। ਪਰ ਮੈਂ ਨਹੀਂ ਸਮਝਦਾ ਵੀ ਉਹ ਗਵਾਏ ਜਾ ਰਹੇ ਆ। ਜਿਸ ਤਰ੍ਹਾਂ ਹੁਣੇ ਹਾਈਕੂ ਦੀ ਆਪਾਂ ਗੱਲ ਕੀਤੀ ਸੀ, ਇੱਕ ਵੱਖਰਾ ਨਜ਼ਰੀਆ, ਪੁਆਇੰਟ ਆਫ ਵਿਊ ਉਹਨਾਂ ਨੂੰ ਦਿੱਤਾ ਹੈਗਾ। ਇਸ ਤਰ੍ਹਾਂ ਬੱਚੇ ਈਵਨ ਸਾਡੀਆਂ ਜਿਹੜੀਆਂ ਆਪਣੀਆਂ ਜਨਰੇਸ਼ਨ ਵੀ ਸੀਗੀਆਂ, ਪਹਿਲੀ ਜਨਰੇਸ਼ਨ ਜਿਸ ਤਰ੍ਹਾਂ ਦਾ ਸੋਚਦੀ ਸੀ, ਅਗਲੀ ਜਨਰੇਸ਼ਨ ਉਹ ਤੋਂ ਵੱਖਰਾ ਸੋਚਦੀ ਸੀ। ਉੱਥੇ ਰਹਿੰਦਿਆਂ ਹੋਇਆਂ ਵੀ, ਉਸ ਜਗ੍ਹਾ 'ਤੇ ਰਹਿੰਦਿਆਂ ਹੋਇਆਂ ਵੀ ਹੁਣ ਦੀ ਜਨਰੇਸ਼ਨ ਨੇ ਡਿਫਰੈਂਟ ਹੋਣਾ। ਕੁਛ ਚੀਜ਼ਾਂ ਨੇ ਜਿਹੜੀਆਂ ਕਿ ਜਿੱਥੇ ਮਾਪੇ ਬੱਚਿਆਂ ਨੂੰ ਪੂਰਾ ਵਕਤ ਨਹੀਂ ਦੇ ਸਕਦੇ, ਕਿਉਂਕਿ ਇਹ ਇਕਨੋਮਿਕ ਪੱਖ ਵੀ ਆ, ਉਹਨਾਂ ਨੂੰ ਹਸਬੈਂਡ ਵਾਈਫ ਨੂੰ ਦੋਨੋਂ ਨੂੰ ਜੋਬ ਕਰਨੀ ਪੈਂਦੀ ਹੈ, ਬੱਚਿਆਂ ਨੂੰ ਪੂਰਾ ਟਾਈਮ ਨਹੀਂ ਦੇ ਸਕਦੇ। ਕਈ ਵਾਰ ਗਲਤ ਲਾਈਨ 'ਚ ਪੈ ਕੇ, ਜਿਸ ਤਰ੍ਹਾਂ ਆਪਾਂ ਡਰੱਗਸ ਵਗੈਰਾ ਜਾਂ ਮਾਫੀਆ ਵਗੈਰਾ ਦੇ ਵਿੱਚ ਬੱਚੇ ਚਲੇ ਜਾਂਦੇ ਆ। ਮੇਰਾ ਖਿਆਲ ਆ ਵੀ ਕੁਛ ਉਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਆ, ਕਿਉਂਕਿ ਜਿਹੜਾ ਨੈਗੇਟਿਵ ਖਬਰਾਂ ਨੇ ਉਹ ਅਖਬਾਰ ਦਾ ਹਿੱਸਾ ਜਾਂ ਸੁਰਖੀਆਂ ਜ਼ਿਆਦਾ ਬਣਦੀਆਂ ਨੇ, ਇਸ ਕਰਕੇ ਉਹ ਜ਼ਿਆਦਾ ਸਮਝ ਲਿਆ ਜਾਂਦਾ। ਪਰ ਜਿੱਥੋਂ ਤੱਕ ਜੇ ਆਪਾਂ ਟੋਟਲ ਕਮਿਊਨਿਟੀ ਦੀ ਗੱਲ ਕਰੀਏ, ਮੈਨੂੰ ਹੁਣ ਤੁਸੀਂ ਵੀ ਐਸੇ ਕਮਿਊਨਿਟੀ ਦੇ ਬੱਚੇ ਹੋ ਜਿਹੜੇ ਮੈਨੂੰ ਬੈਠੇ ਸਵਾਲ ਪੁੱਛ ਰਹੇ ਨੇ, ਤੇ ਇਸ ਤਰ੍ਹਾਂ ਦੇ ਬੱਚੇ ਮੈਂ ਸਮਝਦਾ ਜ਼ਿਆਦਾ ਨੇ ਤੇ ਉਸ ਤਰ੍ਹਾਂ ਦੇ ਘੱਟ ਨੇ। ਪਰ ਉਹ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੇ ਨੇ। ਸਾਨੂੰ ਵਹਿਮ ਹੀ ਹੋਇਆ ਵੀ ਸ਼ਾਇਦ ਉਹ ਜ਼ਿਆਦਾ ਅੰਸ਼ ਹੈਗਾ, ਪਰ ਉਹ ਹੈਗਾ ਹੈ, ਪਰ ਬਹੁਤ ਘੱਟ ਆ। ਸੋ ਸਾਨੂੰ ਤੁਹਾਡੀ ਇੱਕ ਕਵਿਤਾ ਸੀ ਜਿਹੜੀ ਬਹੁਤ ਪਸੰਦ ਆਈ ਸੀ, ਜਿਹਦੇ ਵਿੱਚ ਤੁਸੀਂ ਮਾਂ-ਬਾਪ ਤੋਂ ਆਪਾਂ ਦੇ ਮਾਝੇ ਬਾਰੇ ਗੱਲ ਕਰਦੇ ਸੀ। ਆਪਾਂ ਇੰਟਰਵਿਊ ਦੇ ਵਿੱਚ ਥੋੜ੍ਹੀ ਜਿਹੀ ਗੱਲ ਕੀਤੀ ਸੀ ਇਹਦੇ ਬਾਰੇ। ਤੁਸੀਂ ਜੇ ਉਹਦੇ ਵਿੱਚੋਂ ਕਈ ਲਾਈਨ ਸੁਣਾ ਸਕਦੇ ਹੋ ਤਾਂ ਬਹੁਤ ਵਧੀਆ ਹੋਊਗਾ। ਬਿਲਕੁਲ, ਮੈਂ ਹੁਣ ਤੁਹਾਨੂੰ ਉਹ ਕਵਿਤਾ ਹੀ ਸੁਣਾ ਦਿੰਦਾ। ਤੇ ਉਸ ਕਵਿਤਾ ਦਾ ਨਾਮ ਹੈ ਵੰਡੀਆਂ। ਤੇ ਮੇਰੀ ਪਹਿਲੀ ਕਿਤਾਬ ਗਿਰਜਾਂ ਦੀ ਹੜਤਾਲ ਦੇ ਵਿੱਚ ਸੀ। ਉਹ ਬੜੀ ਸਾਦੀ ਜਿਹੀ ਕਵਿਤਾ ਹੈ। ਮੈਂ ਤੇ ਮੇਰੇ ਕਈ ਸੰਬੰਧੀ ਆਪਣਾ ਛੱਡ ਕੇ ਚੁਣ ਬੈਠੇ ਹਾਂ ਦੇਸ਼ ਪਰਾਇਆ। ਕਈਆਂ ਆਪਣੇ ਦੇਸ਼ ਨੂੰ ਤੰਗੀ ਕਰਕੇ ਛੱਡਿਆ, ਕਈਆਂ ਨੂੰ ਦੂਜੇ ਦੇਸ਼ ਦੀ ਚਮਕ ਦਮਕ ਨੇ ਭਰਮਾਇਆ ਹੈ। ਮੇਰੀ ਸੋਚ ਸੀ ਜਿਉਂ-ਜਿਉਂ ਅਸੀਂ ਦੁਨੀਆ ਘੁੰਮਾਂਗੇ ਸਾਡੀ ਸੋਚ ਵੀ ਵੱਡੀ ਹੋਊ। ਦੇਸ਼ ਤੋਂ ਅਸੀਂ ਵਿਦੇਸ਼ 'ਚ ਆਏ, ਹਰ ਪਲ ਵਤਨਾਂ ਦਾ ਗਮ ਖਾਏ। ਸਾਡੀ ਸੋਚ ਫੈਲਣ ਦੀ ਥਾਂ 'ਤੇ ਹਰ ਦਿਨ ਤੰਗ ਹੀ ਹੁੰਦੀ ਜਾਏ। 7 ਸਮੁੰਦਰ ਪਾਰ ਆ ਗਏ
ਧਰਤੀ ਅਤੇ ਸਮੁੰਦਰ ਗਾਲ ਹੈ, ਪਰ ਸਾਡੇ ਵਿੱਚ ਅੱਜ ਵੀ ਹਰ ਦਿਨ ਮਾਲਵਾ, ਮਾਝਾ ਅਤੇ ਦੁਆਬਾ ਬਾਰ-ਬਾਰ ਜਾਂਦੇ ਦੁਹਰਾਏ ਟੁੱਟੇ ਕੱਚ ਦੇ ਟੁਕੜੇ ਵਾਂਗੂ ਇੱਕ ਦੂਜੇ ਨਾਲ ਜੁੜਨਾ ਪਾਏ, ਇੱਕ ਦੂਜੇ ਨਾਲ ਜੁੜਨਾ। ਸੋ ਅੰਤ ਵਿੱਚ ਮੋਹਨ ਗਿੱਲ ਜੀ, ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਮਾਂ ਕੱਢਿਆ ਵਾ ਸਾਡੇ ਨਾਲ ਗੱਲਬਾਤ ਕਰਨ ਲਈ ਅੱਜ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦਾ ਮੈਨੂੰ ਹਿੱਸਾ ਬਣਾਇਆ, ਅਤੇ ਤੁਹਾਨੂੰ ਭਵਿੱਖ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ।